ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਡੰਡੌਤ ਵੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਭਰਿਆ ਤੋ ਸਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਔਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਚੌਥਾ। ਮੇਰਾ ਮਾਨ ਤਨ ਪ੍ਰੇਮ, ਨਾਮ ਆਧਾਰ। ਨਾਮ ਜਪੀ ਨਾਮੋ ਸੁਖ ਸਾਰ। ਮੇਰਾ ਮਨ ਤਨ ਪ੍ਰੇਮ, ਨਾਮ ਆਧਾਰ। ਨਾਮ ਜਪੀ ਨਾਮੋ ਸੁਖ ਸਾਰ। ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਬਿਨਾ ਮੈਂ ਅਵਰ ਨਾ ਕੋਈ। ਵੱਡਾ ਭਾਗ ਗੁਰਮੁਖ ਹਰ ਲੈਣਾ ਰਹਾਉ। ਨਾਮ ਬਿਨਾ ਨਹੀਂ ਜੀਵਿਆ ਜਾਏ, ਵੱਡਾ ਭਾਗ ਗੁਰਮੁਖ ਹਰ ਪਾਏ। ਨਾਮਹੀਨ ਕਾਲਖ ਮੁਖ ਮਾਇਆ, ਨਾਮ ਬਿਨਾ ਤ੍ਰਿਗ ਤ੍ਰਿਗ ਜੀਵਾਇਆ। ਵੱਡਾ ਵੱਡਾ ਹਰ ਭਾਗ ਕਰ ਪਾਇਆ, ਨਾਨਕ ਗੁਰਮੁਖ ਨਾਮ ਧਿਆਇਆ। ਵੱਡਾ ਵੱਡਾ ਹਰ ਭਾਗ ਕਰ ਪਾਇਆ, ਨਾਨਕ ਗੁਰਮੁਖ ਨਾਮ ਦਿਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨਵਿਰਤੀਆਂ ਨੂੰ ਇਕਾਗਰ ਕਰਦੇ ਹੋਏ, ਗੁਰੂ ਦੀ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ, ਡੰਡੌਤ ਵੰਦਨਾ ਕਰਦੇ ਹੋਏ, ਅਰਦਾਸਾਂ ਬੇਨਤੀਆਂ ਕਰਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 366 ਅੰਗ ਤੇ ਆਸਾ ਰਾਗ ਦੇ ਅੰਦਰ ਮਹੱਲਾ ਚੌਥਾ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਹੈ। ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਨਾਮ ਦੇ ਪ੍ਰਥਾਏ ਸਮਝਾ ਰਹੇ ਹਨ ਕਿ ਨਾਮ ਜੀਵ ਨੂੰ ਜਪਣਾ ਚਾਹੀਦਾ ਹੈ। ਨਾਮ ਤੋਂ ਬਿਨਾਂ ਆਧਾਰ ਨਹੀਂ ਹੋਣਾ। ਜੇ ਲਾਹਾ ਲੈਣਾ ਹੈ ਤਾਂ ਨਾਮ ਜਪਣ ਦਾ ਲਾਹਾ ਲੈਣਾ ਹੈ। ਨਾਮ ਜਪ ਕੇ ਹੀ ਇਹ ਮਨੁੱਖਾ ਜਿਹੀ ਸਫਲੀ ਹੋਣੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨਾਮ ਬਾਰੇ ਸਮਝਾ ਰਹੇ ਹਨ। ਕਹਿਣ ਲੱਗੇ, ਮੇਰਾ ਮਨ ਤਨ ਪ੍ਰੇਮ ਨਾਮ ਆਧਾਰ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਮੇਰਾ ਸਾਡੇ ਮਨ ਹਿਰਦੇ ਵਿੱਚ ਪ੍ਰਭੂ ਦਾ ਪ੍ਰੇਮ, ਪ੍ਰਭੂ ਦਾ ਪਿਆਰ ਹੈ ਅਤੇ ਤਨ ਪ੍ਰੇਮ ਅਤੇ ਤਨ ਸਰੀਰ ਵਿੱਚ ਵੀ ਪਰਮੇਸ਼ਰ ਦੇ ਨਾਮ ਦਾ ਹੀ ਆਧਾਰ ਆਸਰਾ ਹੈ। ਮੇਰਾ ਮਨ ਤਨ ਪ੍ਰੇਮ ਨਾਮ ਆਧਾਰ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਸਾਡੇ ਹਿਰਦੇ ਵਿੱਚ, ਮਨ ਦੇ ਵਿੱਚ ਪ੍ਰਭੂ ਦਾ ਪਿਆਰ ਹੈ ਅਤੇ ਤਨ ਹੁੰਦਾ ਸਰੀਰ, ਸਰੀਰ ਵਿੱਚ ਵੀ ਪਰਮੇਸ਼ਰ ਦੇ ਨਾਮ ਦਾ ਆਧਾਰ ਆਸਰਾ ਹੈ। ਨਾਮ ਜਪੀ ਨਾਮੋ ਸੁਖ ਸਾਰ। ਮਹਾਰਾਜ ਜੀ ਕਹਿਣ ਲੱਗੇ, ਪਰਮੇਸ਼ਰ ਦੇ ਨਾਮ ਦਾ ਹੀ ਬਾਣੀ ਕਰਕੇ ਜਾਪ ਕਰਦੇ ਹਾਂ। ਨਾਮੋ ਸੁਖ ਸਾਰ, ਨਾਮੋ ਨਾਮ ਜਪਣੇ ਕਰਕੇ ਹੀ ਸ੍ਰੇਸ਼ਟ ਸੁਖ ਆਨੰਦ ਪ੍ਰਾਪਤ ਹੋਇਆ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨਾਮ ਦੀ ਮਹਿਮਾ ਕਰਦੇ ਹਨ, ਨਾਮ ਦੀ ਵਡਿਆਈ ਕਰਦੇ ਹਨ। ਕਹਿਣ ਲੱਗੇ, ਮੇਰਾ ਮਨ ਤਨ ਪ੍ਰੇਮ ਨਾਮ ਆਧਾਰ, ਨਾਮ ਜਪੀ ਨਾਮੋ ਸੁਖ ਸਾਰ। ਇਹ ਭਾਈ, ਸਾਡੇ ਮਨ ਹਿਰਦੇ ਵਿੱਚ ਪ੍ਰਭੂ ਦਾ ਪ੍ਰੇਮ ਪਿਆਰ ਹੈ ਅਤੇ ਤਨ ਸਰੀਰ ਵਿੱਚ ਵੀ ਪਰਮੇਸ਼ਰ ਦੇ ਨਾਮ ਦਾ ਆਧਾਰ ਆਸਰਾ ਹੈ। ਨਾਮ ਜਪੀ ਨਾਮੋ ਸੁਖ ਸਾਰ, ਪਰਮੇਸ਼ਰ ਦੇ ਨਾਮ ਦਾ ਹੀ ਬਾਣੀ ਕਰਕੇ, ਬੋਲਣੇ ਕਰਕੇ, ਵਾਹਿਗੁਰੂ ਵਾਹਿਗੁਰੂ ਉਚਾਰਨੇ ਕਰਕੇ ਜਾਪ ਕਰਦੇ ਹਾਂ ਅਤੇ ਨਾਮੋ ਸੁਖ ਸਾਰ, ਨਾਮੋ ਨਾਮ ਜਪਣੇ ਕਰਕੇ ਹੀ ਸ੍ਰੇਸ਼ਟ ਸੁਖ ਆਨੰਦ ਪ੍ਰਾਪਤ ਹੋਇਆ ਹੈ। ਨਾਮ ਜਪੋ ਮੇਰੇ ਸਾਜਨ ਸੈਨਾ। ਮਹਾਰਾਜ ਜੀ ਕਹਿਣ ਲੱਗੇ, ਹੇ ਸਾਡੇ, ਹੇ ਮੇਰੇ ਸੈਨਾ, ਮੇਲੀ ਸਾਜਣ ਮਿੱਤਰੋ। ਨਾਮ ਜਪੋ ਮੇਰੇ ਸਾਜਨ ਸੈਨਾ। ਹੇ ਸਾਡੇ ਸਾਜਨ, ਮੇਲੀਓ, ਮਿੱਤਰੋ, ਪਰਮੇਸ਼ਰ ਦਾ ਨਾਮ ਜਪਣਾ ਕਰੋ ਕਿ ਜਿਹੜਾ ਨਾਮ ਸ੍ਰੇਸ਼ਟ ਆਨੰਦ ਪ੍ਰਾਪਤ ਕਰਨ ਵਾਲਾ ਹੈ, ਨਾਮ ਆਨੰਦ ਦੇਣ ਵਾਲਾ ਹੈ, ਖੁਸ਼ੀਆਂ ਦੇਣ ਵਾਲਾ ਹੈ। ਹੇ ਮਿੱਤਰੋ, ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ ਕਿ ਨਾਮ ਬਿਨਾ ਮੈਂ ਅਵਰ ਨਾ ਕੋਈ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਮੈਨੂੰ ਪਰਮੇਸ਼ਰ ਦੇ ਨਾਮ ਤੋਂ ਬਿਨਾ ਬਗੈਰ ਆਵਰ ਹੋਰ ਕੋਈ ਵੀ ਆਸਰਾ ਨਹੀਂ। ਪਰੰਤੂ ਵੱਡਾ ਭਾਗ ਗੁਰਮੁਖ ਹਰ ਲੈਣਾ। ਪਰੰਤੂ ਪਰਮੇਸ਼ਰ ਦੇ ਨਾਮ ਨੂੰ ਗੁਰਮੁਖ ਮੁਖੀ ਗੁਰਾਂ ਦੁਆਰਾ ਵੱਡਾ ਉੱਚੇ ਭਾਗਾਂ ਕਰਕੇ ਲੈਣਾ ਕੀਤਾ ਹੈ। ਨਾਮ ਬਿਨਾ ਮੈਂ ਆਵਰ ਨਾ ਕੋਈ, ਵੱਡਾ ਭਾਗ ਗੁਰਮੁਖ ਹਰ ਲੈਣਾ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਮੈਨੂੰ ਪਰਮੇਸ਼ਰ ਦੇ ਨਾਮ ਤੋਂ ਬਗੈਰ ਹੋਰ ਕੋਈ ਆਸਰਾ ਨਹੀਂ। ਜੇ ਆਸਰਾ ਹੈ, ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ। ਪਰੰਤੂ ਵੱਡਾ ਭਾਗ ਗੁਰਮੁਖ ਹਰ ਲੈਣਾ ਕਿ ਪਰਮੇਸ਼ਰ ਦੇ ਨਾਮ ਨੂੰ ਗੁਰਮੁਖ ਮੁਖੀ ਗੁਰਾਂ ਦੁਆਰਾ ਵੱਡੇ ਭਾਗਾਂ ਕਰਕੇ ਲੈਣਾ ਕੀਤਾ ਹੈ। ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਨਾਮ ਬਿਨਾ ਨਹੀਂ ਜੀਵਿਆ ਜਾਏ। ਕਹਿਣ ਲੱਗੇ, ਹੇ ਭਾਈ, ਅਸੀਂ ਨਿਸ਼ਚੈ ਕੀਤਾ ਹੈ ਕਿ ਪ੍ਰਭੂ ਪ੍ਰੇਮੀਆਂ ਤੋਂ ਉਸ ਦੇ ਕਿ ਪ੍ਰਭੂ ਪ੍ਰੇਮੀਆਂ ਤੋਂ
ਉਸ ਦੇ ਨਾਮ ਬਗੈਰ ਜੀਵਤ ਨਹੀਂ ਰਿਹਾ ਜਾਂਦਾ, ਜਿਉਂਦਾ ਨਹੀਂ ਰਿਹਾ ਜਾਂਦਾ। ਨਾਮ ਬਿਨਾਂ ਨਹੀਂ ਜੀਵਿਆ ਜਾਏ। ਮਹਾਰਾਜ ਜੀ ਕਹਿਣ ਲੱਗੇ, ਅਸੀਂ ਨਿਸ਼ਚੇ ਕੀਤਾ ਹੈ ਕਿ ਪ੍ਰਭੂ ਦੇ ਪ੍ਰੇਮੀਆਂ ਤੋਂ, ਪਰਮੇਸ਼ਰ ਦੇ ਨਾਮ ਤੋਂ ਬਗੈਰ ਜੀਵਤ ਜੀਵਿਆ ਨਹੀਂ ਜਾਂਦਾ, ਅਤੇ ਵੱਡਾ ਭਾਗ ਗੁਰਮੁਖ ਹਰਿ ਪਾਇਆ। ਅਤੇ ਸ੍ਰੇਸ਼ਟ ਭਾਗਾਂ ਕਰਕੇ ਗੁਰਮੁਖਾਂ ਨੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਪਾਉਣਾ ਕੀਤਾ ਹੈ, ਤੇ ਪਰਮੇਸ਼ਰ ਦੀ ਪ੍ਰਾਪਤੀ ਨਾਮ ਜਪਣਾ ਕਰਕੇ ਹੋਈ ਹੈ। ਨਾਮਹੀਨ ਕਾਲਖ ਮੁਖ ਮਾਇਆ। ਮਹਾਰਾਜ ਜੀ ਕਹਿਣ ਲੱਗੇ, ਨਾਮ ਤੋਂ ਹੀਣੇ, ਨਾਮ ਤੋਂ ਖਾਲੀ ਪੁਰਸ਼ਾਂ ਨੇ ਅੰਤਸ ਕਰਨ ਰੂਪੀ ਮੁਖ ਤੇ, ਹਿਰਦੇ ਰੂਪੀ ਮੁਖ ਤੇ ਮਾਇਆ ਦੀ ਪਾਪਾਂ ਰੂਪੀ ਕਾਲਖ ਲੱਗੀ ਹੋਈ ਹੈ। ਨਾਮਹੀਣ ਕਾਲਖ ਮੁਖ ਮਾਇਆ, ਕਿ ਨਾਮ ਤੋਂ ਹੀਣੇ ਖਾਲੀ ਪੁਰਸ਼ਾਂ ਦੇ ਹਿਰਦੇ ਰੂਪੀ ਮੋਹ ਤੇ ਮਾਇਆ ਦੀ ਪਾਪਾਂ ਰੂਪੀ ਕਾਲਖ ਲੱਗੀ ਹੋਈ ਹੈ। ਨਾਮ ਬਿਨਾ ਧ੍ਰਿਗ ਜੀਵ ਆਇਆ। ਨਾਮ ਤੋਂ ਬਗੈਰ ਜੋ ਜੀਵ ਆਇਆ ਜਿਉਂਦਾ ਹੈ, ਜੋ ਜੀਵ ਆਇਆ ਹੈ, ਜੀਵ ਸੰਸਾਰ ਵਿੱਚ ਆਇਆ ਹੈ ਨਾਮ ਤੋਂ ਬਿਨਾ, ਉਸ ਨੂੰ ਤ੍ਰਿਕਾਰ ਹੈ। ਤੇ ਜੋ ਉਸ ਦੇ ਜੀਵਨ ਦੀ ਆਸ ਲਾਈ ਬੈਠਾ ਹੈ, ਨਾਮ ਤੋਂ ਬਿਨਾ ਹਨ ਜਿਹੜੇ ਕਿ ਉਹਨਾਂ ਤੋਂ ਕੋਈ ਆਸ ਲਾਈ ਬੈਠਾ ਹੈ, ਉਸ ਨੂੰ ਵੀ ਤ੍ਰਿਕਾਰ ਹੈ ਕਿ ਨਾਮ ਤੋਂ ਖਾਲੀ ਜੀਵ ਨੂੰ ਕੀ ਦੇਵੇਗਾ, ਕਿ ਸ਼ੁਭ ਸਿੱਖਿਆ ਨਹੀਂ ਦੇ ਸਕਦਾ, ਪਰਮੇਸ਼ਰ ਦੇ ਨਾਮ ਦੇ ਨਾਲ ਜੋੜਨ ਦੀ ਸਿੱਖਿਆ ਨਹੀਂ ਦੇ ਸਕਦਾ, ਕਿ ਇੱਥੋਂ ਦੇ ਮਨੋਰਥ ਵੀ ਨਾਮ ਤੋਂ ਖਾਲੀ ਤੇ ਕੋਈ ਯਕੀਨ ਨਹੀਂ। ਜਿਹੜਾ ਪਰਮੇਸ਼ਰ ਨੂੰ ਹੀ ਨਹੀਂ ਮੰਨਦਾ, ਉਸ 'ਤੇ ਕੋਈ ਵੀ ਆਸਰਾ ਨਹੀਂ ਰੱਖਿਆ ਜਾ ਸਕਦਾ, ਉਸ ਦੇ ਜੀਵਨ ਨੂੰ ਧਿਰਕਾਰ ਹੈ। ਵੱਡਾ ਵੱਡਾ ਹਰ ਭਾਗ ਕਰ ਪਾਇਆ। ਹੇ ਭਾਈ, ਵੱਡਾ ਵੱਡਿਆਂ ਤੋਂ ਵੱਡਾ, ਸ੍ਰੇਸ਼ਟ ਤੋਂ ਸ੍ਰੇਸ਼ਟ ਪਰਮੇਸ਼ਰ ਭਾਗਾਂ ਜਾਂ ਨਿਸਕਾਮ ਕਰਮਾਂ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ। ਨਾਨਕ ਗੁਰਮੁਖ ਨਾਮ ਦਿਵਾਇਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਉਚਾਰਦੇ ਹਨ ਕਿ ਗੁਰਮੁਖ ਮੁਖੀ ਗੁਰਾਂ ਨੇ ਹੀ ਅਜਿਹਾ ਸ੍ਰੇਸ਼ਟ ਨਾਮ ਦਿਵਾਉਣਾ ਕੀਤਾ ਹੈ, ਜੋ ਸ੍ਰੇਸ਼ਟ ਨਾਮ ਵੱਡੇ ਭਾਗਾਂ ਜਾਂ ਨਿਸਕਾਮ ਕਰਮਾਂ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ। ਆਸਾ ਮਹੱਲਾ ਚੌਥਾ। ਗੁਣ ਗਾਵਾਂ ਗੁਣ ਬੋਲੀ ਬਾਣੀ, ਗੁਰਮੁਖ ਹਰ ਗੁਣ ਆਖ ਵਖਾਣੀ। ਜਪ ਜਪ ਨਾਮ ਮਨ ਭਇਆ ਆਨੰਦਾ, ਸਤ ਸਤ ਸਤਿਗੁਰ ਨਾਮ ਦਿਰੜਾਇਆ। ਰਸ ਗਾਏ ਗੁਣ ਪਰਮਾਨੰਦਾ ਰਹਾਓ। ਹਰ ਗੁਣ ਗਾਵੈ ਹਰ ਜਨ ਲੋਗਾ, ਵੱਡਾ ਭਾਗ ਪਾਏ ਹਰ ਨਿਰਜੋਗਾ। ਗੁਣ ਬਿਹੋਣ ਮਾਇਆ ਮਲ ਧਾਰੀ, ਬੈਣ ਗੁਣ ਜਨਮ ਮੂਏ ਅਹੰਕਾਰੀ। ਸਰੀਰ ਸਰੋਵਰ ਗੁਣ ਪ੍ਰਗਟ ਕੀਏ, ਨਾਨਕ ਗੁਰਮੁਖ ਮਥ ਤਤ ਕੱਢੀਏ। ਸਰੀਰ ਸਰੋਵਰ ਗੁਣ ਪ੍ਰਗਟ ਕੀਏ, ਨਾਨਕ ਗੁਰਮੁਖ ਮਥ ਤਤ ਕੱਢੀਏ। ਗੁਰੂ ਰਾਮਦਾਸ ਮਹਾਰਾਜ ਜੀ ਨਾਮ ਦੇ ਪ੍ਰਥਾਏ ਬਾਣੀ ਦੁਆਰਾ ਕਥਨ ਕਰਦੇ ਹਨ। ਮਹਾਰਾਜ ਜੀ ਸਮਝਾ ਰਹੇ ਹਨ, ਗੁਣ ਗਾਵਾਂ ਗੁਣ ਬੋਲੀ ਬਾਣੀ, ਕਿ ਹੇ ਸੰਤ, ਜਦੋਂ ਅਸੀਂ ਪਰਮੇਸ਼ਰ ਦੇ ਗੁਣਾਂ ਨੂੰ ਕੀਰਤਨ ਰੂਪ ਵਿੱਚ ਗਾਉਂਦੇ ਹਾਂ, ਕੀਰਤੀ ਕਰਦੇ ਹਾਂ, ਸਿਫਤ ਸਲਾਹ ਕਰਦੇ ਹਾਂ ਉਸ ਪਰਮੇਸ਼ਰ ਦੀ, ਅਤੇ ਗੁਣ ਬੋਲੀ ਬਾਣੀ ਅਤੇ ਗੁਣਾਂ ਵਾਲੀ ਬਾਣੀ ਨੂੰ ਬੋਲਦੇ ਹਾਂ,
ਗੁਰਮੁਖ ਹਰ ਗੁਣ ਆਖ ਬਖਾਣੀ ਅਤੇ ਗੁਰਮੁਖ ਮੁਖੀ ਗੁਰਾਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਮੁਖ ਦੁਆਰਾ ਕਹਿ ਕੇ ਕਥਨ ਕਰਦੇ ਹਾਂ। ਗੁਣ ਗਾਵਾਂ ਗੁਣ ਬੋਲੀ ਬਾਣੀ, ਗੁਰਮੁਖ ਹਰ ਗੁਣ ਆਖ ਬਖਾਣੀ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਹੇ ਸੰਤ ਜਨੋ, ਅਸੀਂ ਪਰਮੇਸ਼ਰ ਦੇ ਗੁਣਾਂ ਨੂੰ ਕੀਰਤਨ ਰੂਪ ਵਿੱਚ ਗਾਉਂਦੇ ਹਾਂ ਅਤੇ ਗੁਣ ਬੋਲੀ ਬਾਣੀ, ਗੁਣਾਂ ਵਾਲੀ ਬਾਣੀ ਨੂੰ ਬੋਲਦੇ ਹਾਂ ਅਤੇ ਗੁਰਮੁਖ ਹਰ ਗੁਣ ਆਖ ਬਖਾਣੀ, ਗੁਰਮੁਖ ਮੁਖੀ ਗੁਰਾਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਮੁਖ ਦੁਆਰਾ ਕਹਿ ਕੇ ਕਥਨ ਕਰਦੇ ਹਾਂ, ਉਚਾਰਦੇ ਹਾਂ। ਜਪ ਜਪ ਨਾਮ ਮਨ ਭਇਆ ਆਨੰਦਾ। ਕਿ ਮੁਖੀ ਗੁਰਾਂ ਦੀ ਸੰਗਤ ਕਰਕੇ ਜਦੋਂ ਪਰਮੇਸ਼ਰ ਦਾ ਨਾਮ ਜਪਦੇ ਹਾਂ, ਉਸ ਦੀ ਸਿਫਤ ਸਲਾਹ ਕਰਦੇ ਹਾਂ, ਫਿਰ ਜਪ ਜਪ ਨਾਮ, ਪਰਮੇਸ਼ਰ ਦੇ ਜਾਪਣ ਯੋਗ ਨਾਮ ਨੂੰ ਜਪ ਕੇ ਸਾਡੇ ਮਨ, ਸਾਡੇ ਹਿਰਦੇ ਵਿੱਚ ਭਇਆ ਆਨੰਦਾ, ਆਨੰਦ ਪ੍ਰਾਪਤ ਹੋਇਆ ਹੈ। ਜਪ ਜਪ ਨਾਮ ਮਨ ਭਇਆ ਆਨੰਦਾ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਪਰਮੇਸ਼ਰ ਦੇ ਜਾਪਣ ਯੋਗ ਨਾਮ ਨੂੰ ਜਪ ਕੇ ਸਾਡੇ ਹਿਰਦੇ ਅੰਦਰ ਆਨੰਦ ਪ੍ਰਾਪਤ ਹੋਇਆ ਹੈ, ਖੁਸ਼ੀਆਂ ਹੀ ਖੁਸ਼ੀਆਂ ਪੈਦਾ ਹੋਈਆਂ ਹਨ। ਸਤ ਸਤ ਸਤਿਗੁਰ ਨਾਮ ਦਿੜਾਇਆ। ਸਤ ਸੱਚ ਸਰੂਪ ਪਰਮੇਸ਼ਰ ਦੇ ਨਾਮ ਨੂੰ ਸੱਚੇ ਗੁਰਾਂ ਨੇ ਨਿਸ਼ਚੇ ਕਰਕੇ ਦ੍ਰਿੜ ਕਰਵਾਇਆ ਹੈ, ਪਰਪੱਕ ਕਰਾਇਆ ਹੈ ਕਿ ਜਿਸ ਕਰਕੇ ਪ੍ਰੇਮ ਨਾਲ ਪਰਮੇਸ਼ਰ ਦੇ ਗੁਣ ਗਾਉਣਾ ਸਦਕਾ ਪਰਮਾਨੰਦ, ਵੱਡੇ ਆਨੰਦ ਭਾਵ ਸਰੂਪ ਦੀ ਪ੍ਰਾਪਤੀ ਹੋਈ ਹੈ। ਸਤ ਸਤ ਸਤਿਗੁਰ ਨਾਮ ਦਿੜਾਇਆ, ਰਸ ਗਾਏ ਗੁਣ ਪਰਮਾਨੰਦਾ। ਕਿ ਸਤ ਸਰੂਪ ਪਰਮੇਸ਼ਰ ਦੇ ਨਾਮ ਨੂੰ ਸਤਿਗੁਰ ਸੱਚੇ ਗੁਰਾਂ ਨੇ ਨਿਸ਼ਚੇ ਕਰਕੇ ਦ੍ਰਿੜ ਕਰਵਾਇਆ ਹੈ, ਪਰਪੱਕ ਕਰਵਾਇਆ ਹੈ, ਜਿਸ ਕਰਕੇ ਪ੍ਰੇਮ ਨਾਲ ਪਰਮੇਸ਼ਰ ਦੇ ਗੁਣ ਗਾਉਣ ਸਦਕਾ ਪਰਮਾਨੰਦਾ, ਵੱਡੇ ਆਨੰਦ ਭਾਵ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਗੁਣ ਗਾਵੈ ਹਰ ਜਨ ਲੋਗਾ। ਹੈ ਭਾਈ, ਸਾਰੇ ਲੋਕਾਂ ਵਿੱਚੋਂ ਪਰਮੇਸ਼ਰ ਦੇ ਜਨ, ਪਰਮੇਸ਼ਰ ਦੇ ਦਾਸ, ਪਰਮੇਸ਼ਰ ਦੇ ਭਗਤ ਹੀ ਪ੍ਰਭੂ ਦੇ ਗੁਣਾਂ ਨੂੰ ਗਾਉਂਦੇ ਹਨ। ਵੱਡਾ ਭਾਗ ਪਾਏ ਹਰ ਨਿਰਜੋਗਾ। ਨਿਰਜੋਗਾ ਨਿਰਲੇਪ ਅਸੰਗ ਰਹਿਣ ਵਾਲਾ ਪਰਮੇਸ਼ਰ ਵੱਡੇ ਭਾਗਾਂ ਕਰਕੇ ਹੀ ਪਾਇਆ ਜਾਂਦਾ ਹੈ। ਹਰ ਗੁਣ ਗਾਵੈ ਹਰ ਜਨ ਲੋਗਾ, ਵੱਡਾ ਭਾਗ ਪਾਏ ਹਰ ਨਿਰਜੋਗਾ। ਇਹ ਭਾਈ, ਸਾਰੇ ਲੋਕਾਂ ਵਿੱਚੋਂ ਪਰਮੇਸ਼ਰ ਦੇ ਦਾਸ ਭਗਤ ਹੀ ਪ੍ਰਭੂ ਦੇ ਗੁਣਾਂ ਨੂੰ ਗਾਉਂਦੇ ਹਨ। ਵੱਡਾ ਭਾਗ ਪਾਏ ਹਰ ਨਿਰਜੋਗਾ। ਕਿ ਨਿਰਜੋਗਾ ਨਿਰਲੇਪ ਅਸੰਗ ਰਹਿਣ ਵਾਲਾ ਪਰਮੇਸ਼ਰ ਵੱਡੇ ਭਾਗਾਂ ਕਰਕੇ ਹੀ ਪਾਇਆ ਜਾਂਦਾ ਹੈ। ਗੁਣ ਵਿਹੂਣ ਮਾਇਆ ਮਲ ਧਾਰੀ। ਜਿਹੜੇ ਪਰਮੇਸ਼ਰ ਦੇ ਸਿਮਰਨ ਭਜਨ ਸਰਦਾ ਗਿਆਨ ਰੂਪੀ ਗੁਣਾਂ ਤੋਂ ਵਿਹੂਣ, ਖਾਲੀ ਹਨ, ਰਹਿਤ ਹਨ, ਉਹਨਾਂ ਨੇ ਮਾਇਆ ਮਲ ਧਾਰੀ, ਉਹਨਾਂ ਨੇ ਮਾਇਆ ਛਲ ਰੂਪੀ ਪਦਾਰਥਾਂ, ਵਿਸ਼ਿਆਂ ਦੀ ਮਲ ਮੈਲ ਧਾਰਨ ਕੀਤੀ ਹੋਈ ਹੈ। ਜਿਹੜੇ ਪਰਮੇਸ਼ਰ ਦੇ ਸਿਮਰਨ ਭਜਨ ਸਰਦਾ ਗਿਆਨ ਰੂਪੀ ਗੁਣਾਂ ਤੋਂ ਵਿਹੂਣੇ ਹਨ, ਰਹਿਤ ਹਨ, ਖਾਲੀ ਹਨ, ਉਹਨਾਂ ਨੇ ਜਿਹੜੀ ਮਾਇਆ ਛਲ ਰੂਪ ਹੈ, ਜਾਂ ਪਦਾਰਥ ਹਨ ਜਾਂ ਵਿਸ਼ੇ ਹਨ, ਇਹਨਾਂ ਦੀ ਮੈਲ ਧਾਰਨ ਕੀਤੀ ਹੋਈ ਹੈ, ਇਹਨਾਂ ਦੀ ਮੈਲ ਲੱਗੀ ਹੋਈ ਹੈ ਇਹਨਾਂ ਨੂੰ, ਜਿਹੜੇ ਭਜਨ ਸਿਮਰਨ ਗਿਆਨ ਰੂਪੀ ਗੁਣਾਂ ਤੋਂ ਖਾਲੀ ਹਨ। ਬਿਨ ਗੁਣ ਜਨਮ ਮੂਏ ਅਹੰਕਾਰੀ। ਪਰਮੇਸ਼ਰ ਦੇ ਗੁਣ ਧਾਰਨ ਕੀਤੇ ਤੋਂ ਬਿਨਾ ਅਹੰਕਾਰੀ ਜੀਵ ਜੰਮਦੇ ਮਰਦੇ ਰਹਿੰਦੇ ਹਨ। ਬਿਨ ਗੁਣ ਜਨਮ ਮੂਏ ਅਹੰਕਾਰੀ। ਪਰਮੇਸ਼ਰ ਦੇ ਗੁਣ ਧਾਰਨ ਕੀਤੇ ਤੋਂ ਬਗੈਰ ਕਿ ਹੰਕਾਰੀ ਜੀਵ ਜੰਮਦੇ ਮਰਦੇ ਰਹਿੰਦੇ ਹਨ। ਜੋ ਸਰਦਾ ਸਿਮਰਨ ਭਜਨ ਆਦਿਕ ਗੁਣਾਂ ਤੋਂ ਰਹਿਤ ਹਨ,
ਉਹ ਜੰਮਦੇ ਹੀ ਪਰਮੇਸ਼ਰ ਵੱਲੋਂ ਮਰੇ ਹੋਏ ਹਨ। ਸਰੀਰ ਸਰੋਵਰ ਗੁਣ ਪ੍ਰਗਟ ਕੀਏ। ਪਰਮੇਸ਼ਰ ਨੇ ਇਹ ਸਰੀਰ ਰੂਪੀ ਸਰੋਵਰ ਤਲਾਬ ਵਿੱਚ, ਇਸ ਦੇਹੀ ਰੂਪੀ ਸਰੋਵਰ ਵਿੱਚ ਸੋਭ ਗੁਣ ਅੰਮ੍ਰਿਤ ਨਾਮ ਰੂਪੀ ਰਤਨ ਪ੍ਰਗਟ ਕੀਤੇ ਹੋਏ ਹਨ। ਸਰੀਰ ਸਰੋਵਰ ਗੁਣ ਪ੍ਰਗਟ ਕੀਏ ਕਿ ਪਰਮੇਸ਼ਰ ਨੇ ਸਰੀਰ ਰੂਪੀ ਸਰੋਵਰ ਵਿੱਚ, ਤਲਾਬ ਵਿੱਚ ਸੋਭ ਗੁਣ ਅੰਮ੍ਰਿਤ ਨਾਮ ਰੂਪੀ ਗੁਣ ਪ੍ਰਗਟ ਕੀਤੇ ਹੋਏ ਹਨ। ਨਾਨਕ ਗੁਰਮੁਖ ਮੱਥ ਤਤ ਕੱਢੀਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਮੁਖ ਗੁਰੂ ਦੇ ਸਨਮੁਖ ਪੁਰਸ਼ਾਂ ਨੇ ਸਰੀਰ ਰੂਪੀ ਸਰੋਵਰ ਨੂੰ ਮੱਥ ਹੁੰਦਾ ਹੈ ਰਿੜਕ ਕੇ, ਭਾਵ ਵਿਚਾਰ ਕਰਕੇ ਤਤ ਸਾਰ ਰੂਪ ਪਰਮੇਸ਼ਰ ਦੇ ਆਨੰਦ ਨੂੰ ਮੱਖਣ ਰੂਪ ਕੱਢ ਲਿਆ ਹੈ। ਜਿਵੇਂ ਦੁੱਧ ਦੇ ਵਿੱਚੋਂ ਜੁਗਤੀ ਦੇ ਨਾਲ ਮੱਖਣ ਕੱਢਿਆ ਜਾਂਦਾ ਹੈ ਕਿ ਭਗਤ ਜਨਾਂ ਨੇ ਆਪਣੇ ਸਰੀਰ ਰੂਪੀ ਸਰੋਵਰ ਨੂੰ ਰਿੜਕ ਕੇ, ਭਾਵ ਜੁਗਤੀ ਦੇ ਨਾਲ ਨਾਮ ਜਪ ਕੇ ਤੇ ਵਿਕਾਰ ਛੱਡ ਕੇ ਪਰਮੇਸ਼ਰ ਦੇ ਆਨੰਦ ਰੂਪੀ ਮੱਖਣ ਨੂੰ ਕੱਢ ਲਿਆ ਹੈ। ਆਸਾ ਮਹੱਲਾ ਚੌਥਾ। ਨਾਮ ਸੁਣੀ ਨਾਮੋ ਮਨ ਭਾਵੈ, ਵੱਡਾ ਭਾਗ ਗੁਰਮੁਖ ਹਰਿ ਪਾਵੈ। ਨਾਮ ਜਪੋ ਗੁਰਮੁਖ ਪਰਗਾਸਾ, ਨਾਮ ਬਿਨਾ ਮੈਂ ਧਰ ਨਹੀਂ ਕਾਈ। ਨਾਮ ਰਵਿਆ ਸਭ ਸਾਸ ਗਿਰਾਸਾ ਰਹਾਓ, ਨਾਮੈ ਸੁਰਤ ਸੁਨੀ ਮਨ ਭਾਈ। ਜੋ ਨਾਮ ਸੁਨਾਵੈ ਸੋ ਮੇਰਾ ਮੀਤ ਸਖਾਈ। ਨਾਮਹੀਨ ਗਏ ਮੂੜ ਨੰਗਾ, ਪਚ ਪਚ ਮੂਏ ਬਿਖ ਦੇਖ ਪਤੰਗਾ। ਆਪੇ ਥਾਪੇ ਥਾਪ ਉਥਾਪੇ, ਨਾਨਕ ਦੇਵੈ ਹਰ ਆਪੇ। ਆਪੇ ਥਾਪੇ ਆਪੇ ਥਾਪੇ ਥਾਪ ਉਥਾਪੇ, ਨਾਨਕ ਨਾਮ ਦੇਵੈ ਹਰ ਆਪੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਸ਼ਬਦਾਂ ਦੇ ਵਿੱਚ ਨਾਮ ਦੀ ਵਡਿਆਈ ਕਰਦੇ ਹਨ। ਨਾਮ ਜਪਣ ਬਾਰੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਜੀ ਕਥਨ ਕਰਦੇ ਹਨ, ਆਸਾ ਰਾਗ ਦੇ ਅੰਦਰ ਰਾਮਦਾਸ ਮਹਾਰਾਜ ਜੀ, ਨਾਮ ਸੁਣੀ ਨਾਮੋ ਮਨ ਭਾਵੈ। ਹੇ ਭਾਈ, ਮਹਾਰਾਜ ਜੀ ਕਹਿਣ ਲੱਗੇ ਅਸੀਂ ਪਰਮੇਸ਼ਰ ਦੇ ਨਾਮ ਨੂੰ ਹੀ ਸੁਣੀ ਸ਼ਰਾਵਣ ਕਰਦੇ ਹਾਂ। ਨਾਮੋ ਮਨ ਭਾਵੈ, ਤੇ ਨਾਮੋ ਨਾਮ ਹੀ ਸਾਡੇ ਮਨ, ਸਾਡੇ ਹਿਰਦੇ ਵਿੱਚ ਭਾਵੈ ਚੰਗਾ ਲੱਗਦਾ ਹੈ। ਚੰਗਾ ਲੱਗਣ ਕਰਕੇ ਵੱਡਾ ਭਾਗ ਗੁਰਮੁਖ ਹਰਿ ਪਾਵੈ। ਵੱਡਾ ਉੱਤਮ ਭਾਗਾਂ ਕਰਕੇ ਮੁਖੀ ਗੁਰਾਂ ਦੁਆਰਾ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ। ਨਾਮ ਸੁਣੀ ਨਾਮੋ ਮਨ ਭਾਵੈ, ਵੱਡਾ ਭਾਗ ਗੁਰਮੁਖ ਹਰਿ ਪਾਵੈ। ਕਿ ਹੇ ਭਾਈ, ਅਸੀਂ ਪਰਮੇਸ਼ਰ ਦੇ ਨਾਮ ਨੂੰ ਹੀ ਸੁਣੀ ਸ਼ਰਾਵਣ ਕਰਦੇ ਹਾਂ ਤੇ ਨਾਮੋ ਮਨ ਭਾਵੈ, ਨਾਮ ਹੀ ਸਾਡੇ ਮਨ, ਸਾਡੇ ਹਿਰਦੇ ਵਿੱਚ ਭਾਉਂਦਾ ਹੈ, ਚੰਗਾ ਲੱਗਦਾ ਹੈ। ਵੱਡਾ ਭਾਗ ਗੁਰਮੁਖ ਹਰਿ ਪਾਵੈ। ਵੱਡਾ ਭਾਗ ਉੱਤਮ ਭਾਗਾਂ ਕਰਕੇ ਮੁਖੀ ਗੁਰਾਂ ਦੁਆਰਾ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ। ਨਾਮ ਜਪੋ ਗੁਰਮੁਖ ਪਰਗਾਸਾ। ਹੇ ਭਾਈ, ਮਹਾਰਾਜ ਜੀ ਕਹਿਣ ਲੱਗੇ ਤੁਸੀਂ ਵੀ ਗੁਰਮੁਖ ਮੁਖੀ ਗੁਰਾਂ ਦੁਆਰਾ ਵਾਹਿਗੁਰੂ ਨਾਮ ਨੂੰ ਜਪਣਾ ਕਰੋ। ਨਾਮ ਜਪੋ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਹੇ ਭਾਈ, ਤੁਸੀਂ ਵੀ ਗੁਰਮੁਖ ਮੁਖੀ ਗੁਰਾਂ ਦੁਆਰਾ, ਜੈਸਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਕੇ ਗੁਰਸਿੱਖਾਂ ਨੂੰ ਗੁਰੂ ਦੀ ਬਖਸ਼ਿਸ਼ ਕੀਤੀ ਹੈ। ਹੁਣ ਗੁਰਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦੁਆਰਾ
ਦਿੱਤਾ ਹੋਇਆ ਉਪਦੇਸ਼ ਵਾਹਿਗੁਰੂ ਮੰਤਰ ਦਾ ਉਹ ਵਾਹਿਗੁਰੂ ਵਾਹਿਗੁਰੂ ਨੂੰ ਜਪਣਾ ਕਰੋ। ਗੁਰਮੁਖ ਪ੍ਰਗਾਸਾ ਜਿਸ ਕਰਕੇ ਹਿਰਦੇ ਵਿੱਚ ਕਰੋੜਾਂ ਸੂਰਜਾਂ ਵਰਗਾ ਪ੍ਰਗਾਸ ਹੋ ਜਾਏਗਾ। ਇਹ ਭਾਈ ਤੁਸੀਂ ਵੀ ਮੁਖੀ ਗੁਰਾਂ ਦੁਆਰਾ ਵਾਹਿਗੁਰੂ ਨਾਮ ਨੂੰ ਜਪਣਾ ਕਰੋ, ਜਿਸ ਕਰਕੇ ਹਿਰਦੇ ਵਿੱਚ ਕਰੋੜਾਂ ਸੂਰਜਾਂ ਵਰਗਾ ਪ੍ਰਕਾਸ਼ ਹੋ ਜਾਏਗਾ। ਨਾਮ ਜਪਣੇ ਕਰਕੇ ਹਿਰਦੇ ਦੇ ਅੰਦਰ ਚਾਨਣ ਹੀ ਚਾਨਣ ਹੋ ਜਾਏਗਾ। ਨਾਮ ਬਿਨਾ ਮੈਂ ਧਰ ਨਹੀਂ ਕਾਈ। ਮਹਾਰਾਜ ਜੀ ਕਹਿਣ ਲੱਗੇ ਮੈਨੂੰ ਤਾਂ ਵਾਹਿਗੁਰੂ ਨਾਮ ਤੋਂ ਬਗੈਰ ਹੋਰ ਕੋਈ ਵੀ ਧਰ ਆਸਰਾ ਨਹੀਂ ਹੈ। ਨਾਮ ਬਿਨਾ ਮੈਂ ਧਰ ਨਹੀਂ ਕਾਈ। ਮਹਾਰਾਜ ਜੀ ਕਹਿਣ ਲੱਗੇ ਮੈਨੂੰ ਤਾਂ ਵਾਹਿਗੁਰੂ ਨਾਮ ਤੋਂ ਬਗੈਰ ਹੋਰ ਕੋਈ ਵੀ ਆਸਰਾ ਨਹੀਂ। ਨਾਮ ਰਵਿਆ ਸਭ ਸਾਸ ਗਿਰਾਸਾ। ਨਾਮ ਨੂੰ ਹੀ ਸਾਰੇ ਸਾਸ ਗਿਰਾਸਾ, ਸਾਹਾਂ ਦੇ ਅੰਦਰ ਬਾਹਰ ਆਉਣ ਨਾਲ, ਸਾਹ ਲੈਣ ਅਤੇ ਗਿਰਾਸਾ ਭੋਜਨ ਦੀ ਗਰਾਹੀ ਮੁਖ ਵਿੱਚ ਪਾਉਣ ਵੇਲੇ, ਨਾਮ ਰਵਿਆ ਕੇ ਪਾਉਣ ਵੇਲੇ ਉਚਾਰਨਾ ਕਰਦੇ ਹਾਂ, ਨਾਮ ਨੂੰ ਹੀ ਜਪਣਾ ਕਰਦੇ ਹਾਂ। ਨਾਮ ਬਿਨਾ ਮੈਂ ਧਰ ਨਹੀਂ ਕਾਈ। ਨਾਮ ਰਵਿਆ ਸਭ ਸਾਸ ਗਿਰਾਸਾ। ਮਹਾਰਾਜ ਜੀ ਕਹਿਣ ਲੱਗੇ ਮੈਨੂੰ ਤਾਂ ਵਾਹਿਗੁਰੂ ਨਾਮ ਤੋਂ ਬਗੈਰ ਹੋਰ ਕੋਈ ਵੀ ਆਸਰਾ ਨਹੀਂ। ਨਾਮ ਨੂੰ ਹੀ ਸਾਰੇ ਸਾਸ ਗਿਰਾਸਾ, ਸਾਹਾਂ ਦੇ ਅੰਦਰ ਬਾਹਰ ਆਉਣ ਨਾਲ, ਸਾਹ ਲੈਣ ਅਤੇ ਭੋਜਨ ਦੀ ਗਰਾਹੀ ਮੁਖ ਵਿੱਚ ਪਾਉਣ ਵੇਲੇ ਜਪਣਾ ਕਰਦੇ ਹਾਂ, ਨਾਮ ਨੂੰ ਹੀ ਉਚਾਰਨਾ ਕਰਦੇ ਹਾਂ। ਰਹਾਓ ਵਿਸ਼ਰਾਮ ਦੇ ਕੇ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ, ਨਾਮੈ ਸੁਰਤ ਸੁਣੀ ਮਨ ਭਾਈ, ਜੋ ਨਾਮ ਸੁਣਾਵੈ ਸੋ ਮੇਰਾ ਮੀਤ ਸਖਾਈ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਪਰਮੇਸ਼ਰ ਦੇ ਨਾਮ ਨੂੰ ਸੁਰਤ ਸ੍ਰੇਸ਼ਟ ਪ੍ਰੀਤੀ ਕਰਕੇ ਗਿਆਤ ਨਾਲ ਸੁਣਦੇ ਹਾਂ। ਭਾਵ ਨਾਮ ਨੂੰ ਸਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਦੇ ਹਾਂ, ਸੁਰਤ ਨਾਲ ਸੁਣਦੇ ਹਾਂ, ਅਤੇ ਨਾਮ ਦੀ ਪ੍ਰੀਤੀ ਸਾਡੇ ਹਿਰਦੇ ਵਿੱਚ ਭਾਈ ਭਾਉਂਦੀ ਹੈ, ਚੰਗੀ ਲੱਗਦੀ ਹੈ। ਜੋ ਨਾਮ ਸੁਣਾਵੇ, ਜਿਹੜਾ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਸੁਣਾਉਂਦਾ ਹੈ, ਸੋ ਮੇਰਾ ਮੀਤ ਸਖਾਈ, ਸੋ ਉਹ ਹੀ ਮੇਰਾ ਸਾਡਾ ਸਖਾਈ ਸਹਾਇਤਾ ਵਾਲਾ ਮੀਤ ਮਿੱਤਰ ਹੈ। ਇਸ ਲੋਕ ਵਿੱਚ ਮੀਤ ਮਿੱਤਰ ਅਤੇ ਪਰਲੋਕ ਵਿੱਚ ਉਹੀ ਸਹਾਇਕ ਹੈ, ਜੋ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਸੁਣਾਵੇ, ਸੁਣਾਉਂਦਾ ਹੈ। ਮਹਾਰਾਜ ਜੀ ਅੱਗੇ ਕਥਨ ਕਰਦੇ ਹਨ ਕਿ ਨਾਮਹੀਨ ਗਏ ਮੂੜ ਨੰਗਾ। ਮਹਾਰਾਜ ਜੀ ਕਹਿਣ ਲੱਗੇ ਨਾਮ ਤੋਂ ਬਿਨਾ ਮੂੜ ਮੂਰਖ ਪੁਰਸ਼ ਨੰਗਾ ਬੇਇੱਜ਼ਤ ਸ਼ਰਮਸਾਰ ਹੋ ਕੇ ਦੁਨੀਆ ਤੋਂ ਗਏ ਹਨ। ਨਾਮਹੀਨ ਗਏ ਮੂੜ ਨੰਗਾ। ਮਹਾਰਾਜ ਜੀ ਕਹਿਣ ਲੱਗੇ ਨਾਮ ਤੋਂ ਬਿਨਾ ਮੂਰਖ ਪੁਰਖ ਨੰਗਾ ਬੇਇੱਜ਼ਤ ਸ਼ਰਮਸਾਰ ਹੋ ਕੇ ਦੁਨੀਆ ਤੋਂ ਗਏ ਹਨ। ਪਚ ਪਚ ਮੂਏ ਬਿਖ ਦੇਖ ਪਤੰਗਾ, ਕਿ ਜਿਵੇਂ ਪਤੰਗਾ ਪਰਵਾਨਾ ਦੀਵੇ ਦੀ ਲਾਟ ਨੂੰ ਵੇਖ ਕੇ ਪਚ ਪਚ ਸੜ ਸੜ ਕੇ ਮਰ ਜਾਂਦਾ ਹੈ, ਇਉਂ ਨਾਮਹੀਣੇ ਪੁਰਸ਼ ਵਿਸ਼ਿਆਂ ਰੂਪ ਜ਼ਹਿਰ ਰੂਪ ਮਾਇਆ ਨੂੰ ਵੇਖ ਕੇ ਉਸ ਵਿੱਚ ਪਚ ਪਚ ਖਪ ਖਪ ਕੇ ਦੁਖੀ ਹੋ ਕੇ ਰੂਹਾਨੀਅਤ ਮੌਤ ਮਰ ਜਾਂਦੇ ਹਨ। ਨਾਮਹੀਨ ਗਏ ਮੂੜ ਨੰਗਾ, ਪਚ ਪਚ ਮੂਏ ਬਿਖ ਦੇਖ ਪਤੰਗਾ, ਕਿ ਨਾਮ ਤੋਂ ਬਿਨਾ ਮੂਰਖ ਬੇਇੱਜ਼ਤ ਸ਼ਰਮਸਾਰ ਹੋ ਕੇ ਦੁਨੀਆ ਤੋਂ ਗਏ ਹਨ। ਜਿਵੇਂ ਪਤੰਗਾ ਪਰਵਾਨਾ ਦੀਵੇ ਦੀ ਲਾਟ ਨੂੰ ਵੇਖ ਕੇ ਸੜ ਸੜ ਕੇ ਮਰਦਾ ਹੈ, ਇਉਂ ਨਾਮਹੀਣੇ ਪੁਰਸ਼ ਵਿਸ਼ਿਆਂ ਦੇ ਵਿੱਚ ਲੱਗ ਕੇ ਜ਼ਹਿਰ ਰੂਪ ਮਾਇਆ ਨੂੰ ਵੇਖ ਕੇ
ਉਸ ਵਿੱਚ ਪਚ ਸੜ ਸੜ ਕੇ ਦੁਖੀ ਹੋ ਕੇ ਰੂਹਾਨੀਅਤ ਮੌਤ ਮਰ ਰਹੇ ਹਨ। ਆਪੇ ਥਾਪੇ ਥਾਪ ਉਥਾਪੇ, ਨਾਨਕ ਨਾਮ ਦੇਵੈ ਹਰ ਆਪੇ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ, ਸਮਝਾ ਰਹੇ ਹਨ ਕਿ ਹੇ ਭਾਈ, ਪਰਮੇਸ਼ਰ ਆਪ ਹੀ ਸੰਸਾਰ ਨੂੰ ਥਾਪੇ ਬਣਾਉਂਦਾ ਹੈ ਅਤੇ ਆਪ ਹੀ ਥਾਪ ਸਥਾਪ ਕੀਤੇ ਹੋਏ ਨੂੰ ਉਥਾਪੇ ਉਖੇੜ ਦਿੰਦਾ ਹੈ, ਭਾਵ ਪਰਲੋਂ ਕਰ ਦਿੰਦਾ ਹੈ। ਆਪੇ ਥਾਪੇ ਆਪੇ ਥਾਪੇ ਥਾਪ ਉਥਾਪੇ, ਆਪ ਹੀ ਆਪਣੇ ਭਗਤਾਂ ਦੇ ਹਿਰਦੇ ਵਿੱਚ ਥਾਪ ਇਸਤਤ ਹੋਏ ਕਾਮ ਕ੍ਰੋਧ ਆਦਿਕ ਨੂੰ ਉਥਾਪੇ ਪੁੱਟ ਕਰਕੇ, ਭਾਵ ਨਾਸ ਕਰਕੇ, ਸਤ ਸੰਤੋਖ ਆਦਿਕ ਸ਼ੁਭ ਗੁਣਾਂ ਨੂੰ ਸਥਾਪਨ ਕਰ ਦਿੰਦਾ ਹੈ। ਨਾਨਕ ਨਾਮ ਦੇਵੈ ਹਰ ਆਪੇ। ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਪਰਮੇਸ਼ਰ ਆਪ ਹੀ ਗੁਰੂ ਸਰੂਪ ਹੋ ਕੇ ਨਾਮ ਦਿੰਦਾ ਹੈ, ਨਾਮ ਬਖਸ਼ਦਾ ਹੈ। ਆਸਾ ਮਹੱਲਾ ਚੌਥਾ। ਗੁਰਮੁਖ ਹਰ ਹਰ ਬੇਲ ਵਧਾਈ, ਫਲ ਲਾਗੇ ਹਰ ਰਸ ਰਸਾਈ। ਗੁਰਮੁਖ ਜਨਾਂ ਨੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੀ ਭਗਤੀ ਰੂਪੀ ਕਰਨਾ ਮੁਦਤਾ ਮੈਤਰੀ ਅਪੇਖਿਆ ਰੂਪੀ ਟਾਹਣੀ ਬੇਲ ਵਧਾਉਣਾ ਕੀਤੀ ਹੈ। ਗੁਰਮੁਖ ਹਰ ਹਰ ਬੇਲ ਵਧਾਈ, ਫਲ ਲਾਗੇ ਹਰ ਰਸ ਰਸਾਈ। ਕਿ ਗੁਰਮੁਖ ਜਨਾਂ ਨੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੀ ਭਗਤੀ ਰੂਪੀ ਬੇਲ ਵਧਾਉਣਾ ਕੀਤੀ ਹੈ। ਫਲ ਲਾਗੇ ਹਰ ਰਸ ਰਸਾਈ, ਸਾਰਿਆਂ ਰਸਾਂ ਨੂੰ ਜਾਣਨ ਵਾਲੇ ਪਰਮੇਸ਼ਰ ਦੀ ਭਗਤੀ ਵਿੱਚ ਜਿਨ੍ਹਾਂ ਨੇ ਆਪਣੀ ਬਿਰਤੀ ਬ੍ਰਹਮਾਕਾਰ ਹੋਣ ਰੂਪੀ ਰਸਾਈ ਹੈ, ਰਸ ਦੇ ਸਹਿਤ ਕੀਤੀ ਹੈ, ਉਹਨਾਂ ਨੂੰ ਗਿਆਨ ਰੂਪੀ ਫਲ ਲੱਗਦਾ ਹੈ। ਹਰ ਹਰ ਨਾਮ ਜਪ ਅਨੰਤ ਤਰੰਗਾ। ਹੈ ਭਾਈ, ਸਮੁੰਦਰ ਰੂਪ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਹਰ ਹਰ ਨਾਮ ਜਪ। ਹੈ ਭਾਈ, ਸਮੁੰਦਰ ਰੂਪ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ, ਜਿਸ ਵਿੱਚ ਅਨੰਤ ਤਰੰਗਾ, ਕਿ ਜਿਸ ਵਿੱਚ ਅਨੰਤ ਅਨੇਕਾਂ ਬ੍ਰਹਿਮੰਡ ਰੂਪੀ ਤਰੰਗਾਂ ਲਹਿਰਾਂ ਉੱਠਦੀਆਂ ਹਨ। ਕਿ ਹੇ ਅਨੰਤ ਸੰਕਲਪਾਂ ਰੂਪੀ ਲਹਿਰਾਂ ਨੂੰ ਉਠਾਉਣ ਵਾਲੇ ਹਰ ਹਰ ਹਰੀ ਪਰਮੇਸ਼ਰ ਦਾ ਜੋ ਨਾਮ ਹੈ, ਉਸ ਨਾਮ ਨੂੰ ਜਪਿਆ ਕਰ। ਜਪ ਜਪ ਨਾਮ ਗੁਰਮਤਿ ਸਲਾਹੀ। ਹੈ ਭਾਈ, ਜਿਨ੍ਹਾਂ ਨੇ ਜਪਣ ਯੋਗ ਪਰਮੇਸ਼ਰ ਦੇ ਨਾਮ ਨੂੰ ਗੁਰਮਤਿ ਗੁਰੂ ਦੀ ਸਿੱਖਿਆ ਦੁਆਰਾ ਜਪਿਆ ਹੈ ਅਤੇ ਗੁਰਮਤਿ ਸਲਾਹੀ ਕੇ ਸਲਾਹੁਣਾ ਕੀਤਾ ਹੈ, ਗੁਰੂ ਦੀ ਮੱਤ ਦੁਆਰਾ ਸਿੱਖਿਆ ਦੁਆਰਾ ਜਿਨ੍ਹਾਂ ਨੇ ਨਾਮ ਨੂੰ ਜਪਿਆ ਹੈ ਤੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਹੈ, ਉਹਨਾਂ ਨੇ ਮਾਰਿਆ ਕਾਲ ਜਮ ਕੰਕਰ ਭੋਏ ਅੰਗਾ। ਉਹਨਾਂ ਨੇ ਕਾਲ ਜਮਕਾਲ ਅਤੇ ਜਮਕੰਕਰ ਜਮਦੂਤਾਂ ਅਜਰੈਲ, ਇਹ ਜੋ ਭੁਯੰਗਾ ਸੱਪਾਂ ਨੂੰ ਮਾਰਨਾ ਕੀਤਾ ਹੈ, ਜੋ ਸਾਰਿਆਂ ਦੇ ਤਾਈਂ ਮਾਰਨ ਵਾਲਾ ਕਾਲ ਹੈ, ਜੋ ਭੂਤ ਭਵਿੱਖ ਵਰਤਮਾਨ ਸਮਾਂ ਸੱਪ ਵਾਂਗੂ ਕੁੰਡਲ ਮਾਰੀ ਬੈਠਾ ਸੀ ਅਤੇ ਜੋ ਪਰਮਾਰਥੀ ਰਸਤੇ ਵਿੱਚ ਜੰਮਣ ਮਰ ਰੂਪੀ ਕੰਕਰ ਰੋੜਾ ਸੀ, ਉਸ ਸਭ ਨੂੰ ਨਾਸ਼ ਕਰ ਦਿੱਤਾ ਹੈ। ਰਹਾਓ। ਵਿਸਰਾਮ ਦੇ ਕੇ ਮਹਾਰਾਜ ਜੀ ਕਥਨ ਕਰਦੇ ਹਨ, ਹਰ ਹਰ ਗੁਰ ਮੈਂ ਭਗਤ ਰਖਾਈ, ਗੁਰ ਤੁਠਾ ਸਿੱਖ ਦੇਵੈ ਮੇਰੇ ਭਾਈ। ਹਰ ਹਰ ਗੁਰ ਮੈਂ ਭਗਤ ਰਖਾਈ। ਕਿ ਹਰ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੇ ਆਪਣੇ ਮਿਲਣ ਲਈ ਸਤਿਗੁਰੂ ਸਾਹਿਬ ਜੀ ਵਿੱਚ ਭਗਤੀ ਰੱਖਣਾ ਕੀਤੀ ਹੈ। ਗੁਰੂ ਦੇ ਰਾਹੀਂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ
ਇਸੇ ਕਰਕੇ ਹਰ ਹਰ ਗੁਰ ਮੈਂ ਭਗਤ ਰਖਾਈ, ਕਿ ਹਰ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੇ ਆਪਣੇ ਮਿਲਣ ਲਈ ਗੁਰ ਸਤਿਗੁਰੂ ਸਾਹਿਬ ਜੀ ਵਿੱਚ ਭਗਤੀ ਰੱਖਣਾ ਕੀਤੀ ਹੈ। ਭਾਵ ਕਿ ਗੁਰਾਂ ਦੁਆਰਾ ਭਗਤੀ ਕਰਕੇ ਹੀ ਮੇਰੇ ਨਾਲ ਮਿਲ ਸਕਦਾ ਹੈ। ਹਰੀ ਗੁਰੂ ਵਿੱਚ ਤੇ ਗੁਰੂ ਹਰੀ ਵਿੱਚ, ਭਾਵ ਹਰੀ ਤੇ ਗੁਰੂ ਇੱਕੋ ਹੀ ਰੂਪ ਹਨ। ਪਰਮੇਸ਼ਰ ਤੇ ਗੁਰੂ ਇੱਕੋ ਹੀ ਰੂਪ ਹਨ। ਭਾਵ ਕਿ ਮਹੀ ਭਾਵ ਪ੍ਰਿਥਵੀ ਉੱਤੇ ਗੁਰੂ ਸਾਹਿਬ ਵਿੱਚ ਹਰ ਹਰ ਨਾਮ ਦੀ ਭਗਤੀ ਰੱਖਣਾ ਕੀਤੀ ਹੈ। ਹੇ ਸਾਡੇ ਤਾਈ, ਹੇ ਸਾਡੇ ਭਾਈ ਭਰਾਵੋ, ਜਦੋਂ ਸਤਿਗੁਰੂ ਸਾਹਿਬ ਜੀ ਪ੍ਰਸੰਨ ਹੁੰਦੇ ਹਨ ਉਦੋਂ ਸਿੱਖਾਂ ਤਾਈਂ ਸਿੱਖਿਆ ਬਖਸ਼ਣਾ ਕਰਦੇ ਹਨ। ਸਿੱਖਿਆ ਦੁਆਰਾ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਜੋ ਸਿੱਖਿਆ ਨੂੰ ਗ੍ਰਹਿਣ ਕਰਕੇ ਸਿੱਖਿਆ 'ਤੇ ਚੱਲਦੇ ਹਨ ਫਿਰ ਉਸੇ ਨੂੰ ਹੀ ਪ੍ਰਾਪਤੀ ਹੁੰਦੀ ਹੈ। ਹਉਮੈ ਕਰਮ ਕਿਸ ਬਿਧ ਨਹੀਂ ਜਾਣੈ, ਜਉ ਕੁੰਚਰ ਨਾਏ ਖਾਕ ਸਿਰ ਛਾਣੈ। ਮਹਾਰਾਜ ਜੀ ਕਹਿਣ ਲੱਗੇ ਹਉਮੈ ਕਰਮ ਕਿਸ ਬਿਧ ਨਹੀਂ ਜਾਣੈ, ਜਿਉ ਕੁੰਚਰ ਨਾਏ ਖਾਕ ਸਿਰ ਛਾਣੈ। ਕਿ ਜੋ ਹੰਗਤਾ ਮਮਤਾ ਦੇ ਸਹਿਤ ਕਰਮ ਕਰਦਾ ਹੈ, ਹਉਮੈ ਕਰਮ, ਜੋ ਹਉਮੈ ਹੰਗਤਾ ਮਮਤਾ ਦੇ ਸਹਿਤ ਕਰਮ ਕਰਦਾ ਹੈ, ਕਿਸ ਬਿਧ ਨਹੀਂ ਜਾਣੈ, ਉਹ ਪਰਮੇਸ਼ਰ ਦੀ ਪ੍ਰਾਪਤੀ ਦੀ ਕੁਝ ਵੀ ਵਿਧੀ ਨਹੀਂ ਜਾਣਦਾ ਕਿ ਕਿਸ ਪ੍ਰਕਾਰ ਪਰਮੇਸ਼ਰ ਨੂੰ ਮਿਲਣਾ ਹੈ। ਉਹ ਇਹ ਵਿਧੀ ਨਹੀਂ ਜਾਣਦਾ। ਉਹਨਾਂ ਦੇ ਹੰਗਤਾ ਸਹਿਤ ਕੀਤੇ ਹੋਏ ਕਰਮ, ਜਾਪ ਤਾਪ ਵਰਤ ਆਦਿਕ ਇਉਂ ਨਿਸਫਲ ਹਨ, ਜਿਉ ਕੁੰਚਰ ਨਾਏ ਖਾਕ ਸਿਰ ਛਾਣੈ। ਜਿਉਂ ਜਿਵੇਂ ਕੁੰਚਰ ਹਾਥੀ ਨਾਏ ਨਹਾ ਕੇ ਆਪਣੀ ਸੁੰਡ ਨਾਲ ਆਪਣੇ ਸਿਰ ਉੱਤੇ ਖਾਕ ਮਿੱਟੀ ਨੂੰ ਪਾ ਲੈਂਦਾ ਹੈ, ਕਿ ਹੰਗਤਾ ਮਮਤਾ ਦੇ ਸਹਿਤ ਕਰਮ ਕਰਦੇ ਹਨ ਜਿਹੜੇ ਪਰਮੇਸ਼ਰ ਦੀ ਪ੍ਰਾਪਤੀ ਦੀ ਕੁਝ ਵੀ ਵਿਧੀ ਨਹੀਂ ਜਾਣਦੇ। ਉਹਨਾਂ ਨੇ ਹੰਗਤਾ ਦੇ ਸਹਿਤ ਕੀਤੇ ਹੋਏ ਕਰਮ ਜਾਪ ਤਾਪ ਵਰਤ ਆਦਿਕ ਨਿਸਫਲ ਹਨ। ਜਿਵੇਂ ਹਾਥੀ ਨਹਾ ਕੇ ਆਪਣੀ ਸੁੰਡ ਨਾਲ ਆਪਣੇ ਸਿਰ ਤੇ ਮਿੱਟੀ ਪਾ ਕੇ ਆਪਣਾ ਨਹਾਤਾ ਹੋਇਆ ਨਿਸਫਲ ਕਰ ਲੈਂਦਾ ਹੈ, ਇਸੇ ਤਰ੍ਹਾਂ ਹੀ ਹੰਗਤਾ ਮਮਤਾ ਹੰਕਾਰ ਦੇ ਸਹਿਤ ਜਿਹੜੇ ਕੰਮ ਕਰਦੇ ਹਨ ਉਹਨਾਂ ਦਾ ਵੀ ਇਹ ਕਰਮ ਕੀਤਾ ਨਿਸਫਲ ਚਲਿਆ ਜਾਂਦਾ ਹੈ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗਮਾਨ, ਨਾਨਕ ਨਿਹਫਲ ਜਾਤ ਤੇ, ਜਿਉ ਕੁੰਚਰ ਇਸ਼ਨਾਨ। ਤੀਰਥਾਂ 'ਤੇ ਨਹਾਉਂਦਾ ਹੈ, ਵਰਤ ਰੱਖਦਾ ਹੈ ਤੇ ਦਾਨ ਕਰਦਾ ਹੈ। ਜੇ ਇਹ ਕੁਝ ਕਰਕੇ ਮਨ ਮੈਂ ਧਰੈ ਗਮਾਨ, ਜੇ ਮਨ ਦੇ ਵਿੱਚ ਹੰਕਾਰ ਕਰ ਲਏ ਮੈਂ ਇੰਨੇ ਤੀਰਥ ਨਹਾਇਆ, ਇੰਨੇ ਵਰਤ ਰੱਖ ਲਏ, ਇੰਨਾ ਦਾਨ ਪੁੰਨ ਕੀਤਾ ਹੈ, ਮਹਾਰਾਜ ਜੀ ਕਹਿਣ ਲੱਗੇ ਨਾਨਕ ਨਿਹਫਲ ਜਾਤ ਤੇ, ਉਸ ਨੂੰ ਇਹ ਨਿਹਫਲ ਹੀ ਜਾਂਦਾ ਹੈ। ਕਿਵੇਂ? ਜਿਉ ਕੁੰਚਰ ਇਸ਼ਨਾਨ, ਜਿਵੇਂ ਹਾਥੀ ਦਾ ਇਸ਼ਨਾਨ ਹੁੰਦਾ ਹੈ, ਇਸੇ ਤਰ੍ਹਾਂ ਕੀਤਾ ਹੋਇਆ ਕਰਮ ਨਿਸਫਲ ਹੀ ਚਲਿਆ ਜਾਂਦਾ ਹੈ ਜੇ ਇਹ ਕਰਮ ਕਰਕੇ ਜੀਵ ਹੰਕਾਰ ਕਰਦਾ ਹੈ। ਜੇ ਵਡਭਾਗ ਹੋਵਹਿ ਵੱਡ ਊਚੇ, ਨਾਨਕ ਨਾਮ ਜਪਹਿ ਸੱਚ ਸੂਚੇ। ਮਹਾਰਾਜ ਜੀ ਕਥਨ ਕਰਦੇ ਹਨ, ਜੇ ਵਡਭਾਗ ਹੋਵਹਿ ਵੱਡ ਊਚੇ, ਹੇ ਭਾਈ ਜੇਕਰ ਵੱਡ ਅਤ ਉੱਚਮ ਅਤ ਊਤਮ ਤੋਂ ਊਤਮ ਸ੍ਰੇਸ਼ਟ ਵਡਭਾਗ ਵੱਡੇ ਭਾਗ ਹੋਣ, ਵੱਡਿਆਂ ਭਾਗਾਂ ਤੋਂ ਵੀ ਉੱਚੇ ਭਾਗ ਹੋਣ, ਜਿਹੜੇ ਵਡਭਾਗ ਵੱਡਿਆਂ ਭਾਗਾਂ ਵਾਲੇ ਨਿਸਕਾਮੀ ਹਨ ਉਹ ਵੱਡੇ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਉੱਚੇ ਬ੍ਰਹਮਾ ਆਦਿਕ ਤੋਂ ਵੀ ਉੱਚੇ ਹੋ ਜਾਂਦੇ ਹਨ। ਨਾਨਕ ਨਾਮ ਜਪਹਿ ਸੱਚ ਸੂਚੇ, ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਸੱਚੇ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਸੂਚੇ ਪਵਿੱਤਰ ਹੋਈਦਾ ਹੈ। ਜਿਨ੍ਹਾਂ ਦੇ ਵੱਡੇ ਭਾਗ ਹਨ
ਉਹ ਹੀ ਪਵਿੱਤਰ ਹੁੰਦੇ ਹਨ ਪਰਮੇਸ਼ਰ ਦਾ ਨਾਮ ਜਪ ਕੇ। ਅਗਲੇ ਸ਼ਬਦ ਦੇ ਵਿੱਚ ਮਹਾਰਾਜ ਜੀ ਕਥਨ ਕਰਦੇ ਹਨ। ਆਸਾ ਮਹੱਲਾ ਚੌਥਾ। ਹਰ ਹਰ ਨਾਮ ਕੀ ਮਨ ਭੂਖ ਲਗਾਈ, ਨਾਮ ਸੁਨਿਆ ਮਨ ਤ੍ਰਿਪਤੈ ਮੇਰੇ ਭਾਈ। ਨਾਮ ਜਪੋ ਮੇਰੇ ਗੁਰ ਸਿੱਖ ਮੀਤਾ, ਨਾਮ ਜਪੋ ਨਾਮੈ ਸੁਖ ਪਾਵੋ। ਨਾਮ ਰੱਖੋ ਗੁਰਮਤਿ ਮਨ ਚੀਤਾ ਰਹਾਉ। ਨਾਮੋ ਨਾਮ ਸੁਣੀ ਮਨ ਸਰਸਾ, ਨਾਮ ਲਾਹਾ ਲੈ ਗੁਰਮਤਿ ਬਿਗਸਾ। ਨਾਮ ਬਿਨਾ ਕੱਟੀ ਵਾਹਿਗੁਰੂ, ਨਾਮ ਬਿਨਾ ਕੁਸ਼ਟੀ ਮੋਹ ਅੰਧਾ। ਸਾਬ ਨੇ ਫਲ ਕਰਮ ਕੀਏ ਦੁਖ ਧੰਦਾ, ਹਰ 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 ਜਸ ਜਪੈ ਬਡ ਭਾਗੀ। ਨਾਨਕ ਗੁਰਮਤਿ ਨਾਮ ਲਿਵ ਲਾਗੀ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਬਦ ਨਾਮ ਦੇ ਪ੍ਰਥਾਏ ਆ ਰਹੇ ਹਨ। ਮਹਾਰਾਜ ਜੀ ਕਥਨ ਕਰਦੇ ਹਨ, ਹਰ ਹਰ ਨਾਮ ਕੀ ਮਨ ਭੂਖ ਲਗਾਈ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਹਰੇਕ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਦੇ ਨਾਮ ਦੀ ਭੁੱਖ ਤਾਂਗ ਸਾਡੇ ਮਨ ਸਾਡੇ ਹਿਰਦੇ ਵਿੱਚ ਗੁਰਾਂ ਨੇ ਲਾ ਦਿੱਤੀ ਹੈ। ਹਰ ਹਰ ਨਾਮ ਕੀ ਮਨ ਭੂਖ ਲਗਾਈ। ਹੇ ਭਾਈ, ਹਰੇਕ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਦੇ ਨਾਮ ਦੀ ਭੁੱਖ ਸਾਡੇ ਹਿਰਦੇ ਵਿੱਚ ਗੁਰਾਂ ਨੇ ਲਾ ਦਿੱਤੀ ਹੈ। ਨਾਮ ਸੁਣਿਆ ਮਨ ਤ੍ਰਿਪਤੈ ਮੇਰੇ ਭਾਈ, ਕਿ ਹੇ ਸਾਡੇ ਭਾਈ ਭਰਾਵੋ, ਪਰਮੇਸ਼ਰ ਦਾ ਨਾਮ ਸੁਣਨ ਕਰਕੇ ਹੀ ਸਾਡਾ ਮਨ ਸਾਡਾ ਹਿਰਦਾ ਤ੍ਰਿਪਤੈ ਰੱਜਦਾ ਹੈ। ਹਰ ਹਰ ਨਾਮ ਕੀ ਮਨ ਭੂਖ ਲਗਾਈ, ਨਾਮ ਸੁਣਿਆ ਮਨ ਤ੍ਰਿਪਤੈ ਮੇਰੇ ਭਾਈ। ਹੇ ਭਾਈ, ਹਰੇਕ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਦੇ ਨਾਮ ਦੀ ਭੁੱਖ ਤਾਂਗ ਸਾਡੇ ਹਿਰਦੇ ਵਿੱਚ ਗੁਰੂ ਸਾਹਿਬ ਨੇ ਲਾ ਦਿੱਤੀ ਹੈ। ਸਾਡੇ ਤਾਈਂ ਭਰਾਵੋ, ਪਰਮੇਸ਼ਰ ਦਾ ਨਾਮ ਸ਼ਰਾਵਣ ਕਰਕੇ ਹੀ ਸਾਡਾ ਹਿਰਦਾ ਤ੍ਰਿਪਤ ਹੋ ਗਿਆ ਹੈ, ਰੱਜਦਾ ਹੈ। ਨਾਮ ਜਪੋ ਮੇਰੇ ਗੁਰਸਿੱਖ ਮੀਤਾ। ਹੇ ਸਾਡੇ ਗੁਰਸਿੱਖ ਮਿੱਤਰੋ, ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ, ਕਿ ਨਾਮ ਜਪੋ ਨਾਮੇ ਸੁਖ ਪਾਵੋ। ਨਾਮ ਨੂੰ ਹੀ ਜਪਣਾ ਕਰੋ, ਨਾਮ ਕਰਕੇ ਆਨੰਦ ਸਰੂਪ ਨੂੰ ਪਾ ਲਵੋਗੇ। ਇਸ ਲਈ ਨਾਮ ਰੱਖੋ ਗੁਰਮਤਿ ਮਨ ਚੀਤਾ। ਇਸ ਲਈ ਗੁਰਮਤਿ ਗੁਰੂ ਦੀ ਸਿੱਖਿਆ ਦੁਆਰਾ ਨਾਮ ਨੂੰ ਮਨ ਹਿਰਦੇ ਦੀ ਚੀਤਾ ਚਿਤਬਨੀ ਹਿਰਦੇ ਵਿੱਚ ਚੇਤੇ ਰੱਖਣਾ ਕਰੋ, ਕਿ ਨਾਮ ਜਪ ਕੇ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਖੁਸ਼ੀਆਂ ਹੀ ਖੁਸ਼ੀਆਂ ਹੁੰਦੀਆਂ ਹਨ। ਨਾਮੋ ਸੁਣੀ ਵਾਹਿਗੁਰੂ, ਨਾਮੋ ਨਾਮ ਸੁਣੀ ਮਨ ਸਰਸਾ। ਜਿਨ੍ਹਾਂ ਨੇ ਕੇਵਲ ਨਾਮੋ ਨਾਮ ਹੀ ਨਾਮ ਨੂੰ ਸ਼ਰਾਵਣ ਕੀਤਾ ਹੈ, ਸੁਣਨਾ ਕੀਤਾ ਹੈ, ਉਹਨਾਂ ਦਾ ਮਨ, ਉਹਨਾਂ ਦਾ ਹਿਰਦਾ ਸਰਸਾ ਸਹਿਤ ਰਸ ਆਨੰਦ ਪ੍ਰਸੰਨ ਹੋਇਆ ਹੈ। ਸਰਸਾ ਸਹਿਤ ਰਸ ਦੇ ਉਹਨਾਂ ਦਾ ਮਨ ਹੋਇਆ ਹੈ, ਆਨੰਦ ਹੋਇਆ ਹੈ, ਪ੍ਰਸੰਨ ਹੋਇਆ ਹੈ। ਜਿਨ੍ਹਾਂ ਨੇ ਨਾਮ ਨੂੰ ਸ਼ਰਾਵਣ ਕੀਤਾ ਹੈ ਤੇ ਨਾਮ ਨੂੰ ਜਪਣਾ ਕੀਤਾ ਹੈ। ਨਾਮ ਲਾਹਾ ਲੈ ਗੁਰਮਤਿ ਬਿਗਸਾ। ਗੁਰਮਤਿ ਗੁਰੂ ਦੀ ਸਿੱਖਿਆ ਦੁਆਰਾ ਨਾਮ ਦਾ ਲਾਹਾ ਲੈ ਕੇ ਉਹਨਾਂ ਦਾ ਚਿੱਤ ਬਿਗਸਿਆ ਖਿੜਿਆ ਰਹਿੰਦਾ ਹੈ। ਜਿਹੜੇ ਨਾਮ ਸੁਣਦੇ ਹਨ ਤੇ ਸਹਿਤ ਰਸ ਦੇ ਹੋ ਜਾਂਦੇ ਹਨ, ਕਿ ਉਹ ਗੁਰੂ ਦੀ ਸਿੱਖਿਆ ਦੁਆਰਾ ਨਾਮ ਦਾ ਲਾਹਾ ਲੈ ਕੇ ਉਹਨਾਂ ਦਾ ਚਿੱਤ ਹੈ ਜਿਹੜਾ ਖਿੜਿਆ ਰਹਿੰਦਾ ਹੈ। ਨਾਮ ਬਿਨਾ ਕੁਸ਼ਟੀ ਮੋਹ ਅੰਧਾ। ਪਰਮੇਸ਼ਰ ਦੇ ਨਾਮ ਤੋਂ ਬਗੈਰ ਵਿਵੇਕ ਬੈਰਾਗ ਦੇ ਨੇਤਰਾਂ ਤੋਂ ਹੀਣਾ ਅੰਧਾ ਅਗਿਆਨੀ ਜੀਵ ਪਦਾਰਥਾਂ ਦੇ ਝੂਠੇ ਮੋਹ ਕਰਕੇ ਕੁਸ਼ਟੀ ਕੋੜੀ ਹੋ ਰਿਹਾ ਹੈ। ਨਾਮ ਬਿਨਾ ਕੁਸ਼ਟੀ ਮੋਹ ਅੰਧਾ।
ਪਰਮੇਸ਼ਰ ਦੇ ਨਾਮ ਤੋਂ ਬਗੈਰ, ਵਿਵੇਕ ਬੈਰਾਗ ਦੇ ਨੇਤਰਾਂ ਤੋਂ ਹੀਣਾ ਅੰਨਾ ਅਗਿਆਨੀ ਜੀਵ ਪਦਾਰਥਾਂ ਦੇ ਝੂਠੇ ਮੋਹ ਕਰਕੇ ਕੁਸ਼ਟੀ ਕੋੜੀ ਹੋ ਰਿਹਾ ਹੈ। ਸਭ ਨਿਸਫਲ ਕਰਮ ਕੀਏ ਦੁੱਖ ਧੰਦਾ, ਸਭ ਸਾਰੇ ਜਪ ਤਪ ਆਦਿਕ ਸੰਸਾਰੀ ਕਰਮ ਕੀਤੇ ਹੋਏ ਨਿਸਫਲ ਹੀ ਹਨ। ਧੰਦਾ ਕੰਮਾਂ ਕਾਜਾਂ ਜੰਜਾਲਾਂ ਵਿੱਚ ਫਸਿਆ ਹੋਇਆ ਅੰਤ ਨੂੰ ਜੰਮਣ ਮਰਨ ਰੂਪੀ ਦੁੱਖ ਕਸ਼ਟ ਹੀ ਮਿਲਦਾ ਹੈ ਕਿ ਹਰ 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 ਜਪ ਜਪੈ ਬੜ ਭਾਗੀ, ਨਾਨਕ ਗੁਰਮਤਿ ਨਾਮ ਲਿਵ ਲਾਗੀ। ਮਹਾਰਾਜ ਜੀ ਕਹਿਣ ਲੱਗੇ ਹਰ ਹਰ ਹਾਰ ਜਸ ਜਪੈ ਬੜ ਭਾਗੀ, ਕਿ ਜੋ ਪਰਮੇਸ਼ਰ ਹਰੇਕ ਨੂੰ ਹਰੇ ਭਰੇ ਕਰਨ ਵਾਲਾ ਹੈ, ਉਸ ਦੇ ਜਸ ਉਸ ਦੇ ਕੀਰਤਨ ਨੂੰ ਬੜ ਭਾਗੀ ਵੱਡਿਆਂ ਭਾਗਾਂ ਵਾਲਾ ਹੀ ਜਪਦਾ ਹੈ। ਹਰ 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 ਜਸ ਜਪੈ ਬੜ ਭਾਗੀ, ਜੋ ਹਰ ਹਰੇ ਹਰੀ ਪਰਮੇਸ਼ਰ ਹਰੇਕ ਦੇ ਹਰੇ ਭਰੇ ਕਰਨ ਵਾਲਾ ਹੈ, ਉਸ ਦੇ ਜਸ ਨੂੰ ਵੱਡਿਆਂ ਭਾਗਾਂ ਵਾਲਾ ਹੀ ਜਪਦਾ ਹੈ। ਹੇ ਬੜ ਭਾਗੀ ਵੱਡਿਆਂ ਭਾਗਾਂ ਵਾਲੇ ਪੁਰਸ਼ੋ, ਹਰੀ ਪਰਮੇਸ਼ਰ ਦਾ ਨਾਮ ਹੈ ਜਿਹੜਾ ਉਸ ਨੂੰ ਸ਼ਰਾਵਣ ਕਰੋ, ਸੁਣਨਾ ਕਰੋ। ਹਰੀ ਨਾਮ ਦਾ ਮੰਨਣ ਕਰੋ, ਨਾਮ ਨੂੰ ਮੰਨਣ ਕਰੋ। ਹਰੀ ਨਾਮ ਦਾ ਨਿਧਿਆਸਣ ਕਰੋ ਅਤੇ ਉਸ ਦੇ ਜਾਸ ਉਸ ਦੇ ਕੀਰਤਨ ਨੂੰ ਜਪ ਕੇ ਤਤ ਤੋਏ ਪਾਦ ਦਾ ਸੰਬੋਧਨ ਕਰੋ। ਨਾਨਕ ਗੁਰਮਤਿ ਨਾਮ ਲਿਵ ਲਾਗੀ। ਸਤਿਗੁਰੂ ਜੀ ਉਚਾਰਦੇ ਹਨ ਕਿ ਇਸ ਪ੍ਰਕਾਰ ਗੁਰਮਤਿ ਗੁਰੂ ਦੀ ਸਿੱਖਿਆ ਦੁਆਰਾ ਨਾਮ ਵਿੱਚ ਬਿਰਤੀ ਲੱਗ ਜਾਂਦੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਹੱਲਾ ਚੌਥਾ। ਰਾਗ ਆਸਾ ਘਰ ਛੇਵਾਂ ਕੇ ਤੀਜਾ। ਮਹਾਰਾਜ ਜੀ ਸਮਝਾ ਰਹੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਹੱਲਾ ਚੌਥਾ। ਰਾਗ ਆਸਾ ਘਰ ਛੇਵਾਂ ਕੇ ਤਿੰਨ। ਇੱਥੇ ਤਿੰਨ ਬੋਲਣਾ ਹੈ, ਛੇਵੇਂ ਤੇ ਤਿੰਨ ਬੋਲਣਾ ਹੈ। ਮਹਾਰਾਜ ਜੀ ਇੱਕ ਦਿਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਿਖੇ ਦੁੱਖ ਭੰਜਨੀ ਬੇਰੀ ਦੇ ਹੇਠਾਂ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਅਤੇ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ। ਇੱਕ ਦਿਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਵਿਖੇ ਦੁੱਖ ਭੰਜਨੀ ਬੇਰੀ ਹੇਠਾਂ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਅਤੇ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ। ਉਸ ਸਮੇਂ ਗੋਰਖਨਾਥ ਦੇ ਸਮੇਤ ਹੋਰ ਸਿੱਧ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਪ੍ਰਗਟ ਹੋ ਗਏ ਤੇ ਮਹਾਰਾਜ ਜੀ ਨੂੰ ਆਦੇਸ਼ ਕਿਹਾ। ਅੱਗੋਂ ਸਤਿਗੁਰਾਂ ਨੇ ਕਿਹਾ, ਜੁਗ ਜੁਗ ਹਰ ਹਰ ਏਕੋ ਵਰਤੈ ਤਿਸ ਆਗੈ ਹਮ ਆਦੇਸ਼, ਕਿ ਸਾਡੀ ਉਸ ਵਾਹਿਗੁਰੂ ਨੂੰ ਨਮਸਕਾਰ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਕਿ ਸਿੱਧ ਕਹਿਣ ਲੱਗੇ ਕਿ ਮਹਾਰਾਜ ਜੀ ਤੁਸੀਂ ਸਾਡਾ ਜੋਗ ਮਤ ਧਾਰਨ ਕਰ ਲਓ। ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਕਿ ਹੇ ਜੋਗੀਓ, ਜੋਗ ਮਤ ਦਾ ਅਸੀਂ ਤਾਂ ਧਾਰਨ ਕਰਨਾ ਗੁਰਮਤਿ ਦੁਆਰਾ ਪਰਮੇਸ਼ਰ ਦੇ ਨਾਮ ਜਾਂ ਗੁਣਾਂ ਨੂੰ ਬੋਲਣਾ ਹੀ ਚੰਗਾ ਹੈ। ਫਿਰ ਕਰਾਮਾਤਾਂ ਦੁਆਰਾ ਪਰਖਣਾ ਚਾਹਿਆ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਪਰੰਤੂ ਸਤਿਗੁਰੂ ਜੀ ਅੰਡੋਲ ਬੈਠੇ ਰਹੇ। ਸਿੱਧ ਪ੍ਰਸੰਨ ਹੋ ਕੇ ਕਹਿਣ ਲੱਗੇ, ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਅੰਡੋਲ ਬੈਠੇ ਰਹੇ ਤੇ ਸਿੱਧ ਪ੍ਰਸੰਨ ਹੋ ਕੇ ਕਹਿਣ ਲੱਗੇ ਕਿ ਮਹਾਰਾਜ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੌਥੇ ਸਰੂਪ ਵਿੱਚ ਉਹਨਾਂ ਦੀ ਗੱਦੀ ਉੱਪਰ ਸੁਭਾਏਮਾਨ ਹੋ, ਤੁਸੀਂ ਸਭ ਪਾਸਿਓਂ ਪੂਰਨ ਹੋ, ਸਮਰੱਥ ਹੋ। ਉਸ ਵੇਲੇ ਸਿੱਧਾਂ ਨੇ ਸਤਿਗੁਰਾਂ ਨਾਲ ਚਰਚਾ ਕੀਤੀ ਤੇ ਸਤਿਗੁਰਾਂ ਨੇ ਇਹ ਸ਼ਬਦ ਸਿੱਧਾਂ ਦੇ ਪ੍ਰਥਾਏ ਉਚਾਰਨ ਕੀਤਾ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਇੱਕ ਹੈ, ਸਰਬ ਦਾ ਪ੍ਰਕਾਸ਼ਕ ਹੈ, ਜੋ ਸਤਿਗੁਰਾਂ ਦੀ ਕਿਰਪਾ ਦੁਆਰਾ
ਪ੍ਰਾਪਤ ਹੁੰਦਾ ਹੈ। ਮਹੱਲਾ ਚੌਥਾ, ਚੌਥੇ ਪਾਤਸ਼ਾਹ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਸਾ ਰਾਗ ਦੇ 6ਵੇਂ ਘਰ ਸੁਰਤਾਲ ਵਿੱਚ 3 ਸ਼ਬਦ ਆਉਣਗੇ। ਇਸੇ ਕਰਕੇ ਮਹੱਲਾ ਚੌਥਾ ਰਾਗ ਆਸਾ ਘਰ 6ਵਾਂ ਕੇ 3 ਦਾ ਭਾਵ ਹੈ ਇਹ 3 ਸ਼ਬਦ ਆਉਣਗੇ ਗੁਰੂ ਰਾਮਦਾਸ ਮਹਾਰਾਜ ਜੀ ਦੇ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਜੋਗੀਆਂ ਨੂੰ, ਹੱਥ ਕਰ ਤੰਤ ਬਜਾਵੈ ਜੋਗੀ, ਥੋਥਰ ਬਾਜੈ ਬੇਨ। ਮਹਾਰਾਜ ਕਹਿਣ ਲੱਗੇ, ਹੇ ਜੋਗੀ, ਜੋਗ ਮਤ ਦੇ ਧਾਰਨ ਵਾਲੇ ਸਿੱਧੋ, ਜੋ ਹੱਥਾਂ ਕਰਕੇ ਤੰਤ ਤਾਰ ਵਾਲਾ ਬਾਜਾ ਵਜਾਉਂਦੇ ਹੋ, ਤੁਣਤਣੀ ਜੋ ਤਾਰ ਹੱਥਾਂ ਨਾਲ ਵਜਾਉਂਦੇ ਹੋ, ਇਸ ਤੁਣਤਣੀ ਦੀ, ਇਸ ਬਾਜੇ ਦੀ, ਅਤੇ ਜੋ ਤੁਹਾਡੀ ਬੇਨ ਵੱਜਦੀ ਹੈ, ਇਹ ਬੀਨ ਵੱਜਦੀ ਹੈ, ਚਿੱਤ ਵਿੱਚ ਹਰੀ ਨਾਮ ਤੋਂ ਬਿਨਾਂ ਇਹਨਾਂ ਦਾ ਵਜਾਉਣਾ ਥੋਥਰ ਖਾਲੀ ਹੈ। ਹੱਥ ਕਰ ਤੰਤ ਬਜਾਵੈ ਜੋਗੀ, ਥੋਥਰ ਬਾਜੈ ਬੇਨ। ਮਹਾਰਾਜ ਜੀ ਕਹਿਣ ਲੱਗੇ, ਹੇ ਜੋਗੀ, ਜੋਗ ਮਤ ਦੇ ਧਾਰਨ ਵਾਲੇ ਸਿੱਧੋ, ਜੋ ਹੱਥਾਂ ਕਰਕੇ ਤੰਤ ਤਾਰ ਵਾਲਾ ਬਾਜਾ ਤੁਣਤਣੀ ਵਜਾਉਂਦੇ ਹੋ, ਅਤੇ ਜੋ ਤੁਹਾਡੀ ਬੀਨ ਵੱਜਦੀ ਹੈ, ਚਿੱਤ ਵਿੱਚ ਹਰੀ ਨਾਮ ਤੋਂ ਬਿਨਾਂ ਇਹਨਾਂ ਦਾ ਵਜਾਉਣਾ ਥੋਥਰ ਖਾਲੀ ਹੀ ਹੈ। ਗੁਰਮਤਿ ਹਰਗਣ ਬੋਲੋ ਜੋਗੀ। ਕਹਿਣ ਲੱਗੇ, ਹੇ ਜੋਗੀ, ਭੇਸ ਧਾਰਨ ਵਾਲੇ ਸਿੱਧੋ, ਇਸ ਕਰਕੇ ਗੁਰਮਤਿ ਗੁਰਾਂ ਦੀ ਸਿੱਖਿਆ ਧਾਰਨ ਕਰਕੇ ਪਰਮੇਸ਼ਰ ਦੇ ਗੁਣਾ ਉਪਕਾਰਾਂ ਨੂੰ ਮੁੱਖ ਦੁਆਰਾ ਬੋਲਣਾ ਕਰੋ, ਅਤੇ ਇਹੋ ਮਨੁਆ ਹਰ ਰੰਗ ਭੇਨ, ਅਤੇ ਇਹੋ ਮਨੁਆ ਮਨ ਨੂੰ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਭੇਨ ਭਿਆਉਣਾ ਕਰੋ। ਜੋਗੀ ਹਰ ਦੇਹੋ ਮਤੀ ਉਪਦੇਸ਼। ਮਹਾਰਾਜ ਜੀ ਕਹਿਣ ਲੱਗੇ, ਜੋਗੀ ਹਾਰ ਦੇਹੋ ਮਤੀ ਉਪਦੇਸ਼। ਹੇ ਜੋਗੀ, ਜੋਗ ਭੇਸ ਧਾਰਨ ਵਾਲੇ ਸਿੱਧੋ, ਅਸੀਂ ਤੁਹਾਨੂੰ ਉਪਦੇਸ਼ ਸਿੱਖਿਆ ਦਿੰਦੇ ਹਾਂ, ਜਿਸ ਕਰਕੇ ਤੁਹਾਡੀ ਮਤ ਬੁੱਧ ਵਿੱਚ ਪ੍ਰਭੂ ਪ੍ਰਾਪਤ ਹੋਵੇਗਾ। ਹੇ ਜੋਗੀਓ, ਆਪਣੀ ਬੁੱਧੀ ਨੂੰ ਅਜਿਹੀ ਸਿੱਖਿਆ ਦੇਣਾ ਕਰੋ, ਜਿਸ ਕਰਕੇ ਤੁਹਾਨੂੰ ਹਰੀ ਪਰਮਾਤਮਾ ਪਰਮੇਸ਼ਰ ਪ੍ਰਾਪਤ ਹੋਵੇ। ਜੁਗ ਜੁਗ ਹਰ ਹਰ ਏਕੋ ਵਰਤੈ, ਤਿਸ ਆਗੈ ਹਮ ਆਦੇਸ਼ ਰਹਾਉ। ਜੁਗ ਜੁਗ ਜੁਗਾਂ ਚੌਹਾਂ ਜੁਗਾਂ, ਸਤਿਯੁਗ ਤ੍ਰੇਤਾ ਦੁਆਪਰ ਕਲਯੁਗ, ਦੋ ਭਾਵ ਜੀਵ ਈਸ ਤੇ ਦੋ ਨਾਸਤਕਾਂ ਦੇ ਆਸਤਕਾਂ ਵਿੱਚ, ਚੌਹਾਂ ਵਰਨਾ ਆਦਿਕ ਵਿੱਚ ਜੋ ਅਦਵੈਤ ਰੂਪ ਪਰਮੇਸ਼ਰ ਵਰਤ ਰਿਹਾ ਹੈ, ਤਿਸ ਆਗੈ ਹਮ ਆਦੇਸ਼। ਉਸ ਪਰਮੇਸ਼ਰ ਦੇ ਅੱਗੇ ਸਾਡੀ ਆਦੇਸ਼ ਨਮਸਕਾਰ ਹੈ। ਅਸੀਂ ਤਾਂ ਉਸ ਪਰਮੇਸ਼ਰ ਦਾ ਹੀ ਤੁਹਾਡੇ ਅੱਗੇ ਆਦੇਸ਼ ਭਾਵ ਉਪਦੇਸ਼ ਦੇਣਾ ਕਰਦੇ ਹਾਂ। ਰਹਾਉ। ਵਿਸਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਗਾਵਹਿ ਰਾਗ ਭਾਤ ਬਹੁ ਬੋਲਹਿ, ਇਹੋ ਮਨੁਆ ਖੇਲੈ ਖੇਲ। ਮਹਾਰਾਜ ਜੀ ਕਹਿਣ ਲੱਗੇ, ਜੋ ਤੁਸੀਂ ਰਾਗ ਗਾਉਂਦੇ ਹੋ, ਅਨੇਕ ਤਰੀਕਿਆਂ ਨਾਲ ਗੱਲਾਂ ਬਿਸ਼ਨ ਪਦੇ ਆਦਿਕ ਬੋਲਦੇ ਹੋ, ਇਹਨਾਂ ਦਾ ਕੀ ਲਾਭ ਹੋਏਗਾ? ਜਦੋਂ ਇਹੋ ਮਨੁਆ ਖੇਲੈ ਖੇਲ, ਜਦੋਂ ਇਹ ਤੁਹਾਡਾ ਮਨੁਆ ਮਨ ਪਦਾਰਥਾਂ ਦੀ ਮਾਇਆ ਦੀ ਖੇਡ ਵਿੱਚ ਖੇਡ ਲਿਆ ਹੈ ਕਿ ਸੰਸਾਰ ਰੂਪੀ ਖੇਲ ਵਿੱਚ ਖੇਡਣ 'ਚ ਲੱਗਿਆ ਹੋਇਆ ਹੈ, ਫਿਰ ਮਹਾਰਾਜ ਜੀ ਕਹਿਣ ਲੱਗੇ, ਜੋ ਗਾਉਂਦੇ ਹੋ, ਅਨੇਕ ਤਰੀਕਿਆਂ ਨਾਲ ਗੱਲਾਂ ਕਰਦੇ ਹੋ, ਬਿਸ਼ਨ ਪਦੇ ਬੋਲਦੇ ਹੋ, ਇਹਨਾਂ ਦਾ ਫਿਰ ਕੀ ਲਾਭ ਹੈ? ਜਦੋਂ ਇਹ ਤੁਹਾਡਾ ਮਨ ਪਦਾਰਥਾਂ ਵਿੱਚ ਖੇਡ ਰਿਹਾ ਹੈ ਜਾਂ ਮਾਇਆ ਦੀ ਖੇਡ ਵਿੱਚ ਖੇਡ ਰਿਹਾ ਹੈ, ਫਿਰ ਤੁਹਾਡਾ ਇਹ ਕੀ ਲਾਭ ਹੈ ਤੁਹਾਨੂੰ ਇਸ ਦਾ? ਜੋਵਹਿ ਕੂਪ ਸਿੰਚਨ ਕੋ ਵਸਦਾ, ਉੱਠ ਬੈਲ ਗਏ ਚਰ
ਬੇਲ। ਮਹਾਰਾਜ ਜੀ ਸਮਝਾਉਂਦੇ ਹੋਏ ਕਹਿਣ ਲੱਗੇ, ਜੋ ਵਹਿ ਕੂਪ ਸਿੰਚਨ ਕੋ ਵਸਦਾ। ਤੁਹਾਡੇ ਇਹ ਯਤਨ ਤਾਂ ਮਹਾਰਾਜ ਜੀ ਕਹਿਣ ਲੱਗੇ ਇਸ ਪ੍ਰਕਾਰ ਹਨ, ਜਿਵੇਂ ਕੋਈ ਜ਼ਿਮੀਂਦਾਰ ਵਸਦਾ ਧਰਤੀ ਜ਼ਮੀਨ ਨੂੰ ਸਿੰਜਣ ਵਾਸਤੇ, ਪਾਣੀ ਦੇਣ ਵਾਸਤੇ। ਜੋ ਵਹਿ ਕੂਪ, ਕੂਪ ਹੁੰਦਾ ਖੂਹ ਨੂੰ, ਜੋ ਵਹਿ ਜੋੜ ਨਾ ਕਰੇ। ਅਤੇ ਉੱਠ ਬੈਲ ਗਏ ਚਰ ਖੇਤ, ਜਦੋਂ ਬੈਲ ਬਲਦ ਸਿੰਚਣ ਤੋਂ ਪਹਿਲਾਂ, ਅਰਾਉਣੀ ਕਰਨ ਤੋਂ, ਰਮਾਉਣ ਤੋਂ ਪਹਿਲਾਂ ਉਸ ਖੇਤ ਨੂੰ ਹੀ ਖਾ ਗਏ ਹਨ, ਫਸਲ ਤਾਂ ਹੀ ਚਰ ਗਏ ਹਨ। ਇਹ ਦ੍ਰਿਸ਼ਟਾਂਤ ਹੈ ਕਿ ਫਿਰ ਜਦੋਂ ਬੈਲ ਬਲਦ ਰਮਾਉਣ ਤੋਂ ਪਹਿਲਾਂ ਹੀ ਚਰ ਗਏ, ਫਿਰ ਉਸ ਨੂੰ ਰਮਾਉਣ ਦਾ ਕੀ ਫਾਇਦਾ ਹੈ। ਇਹ ਦ੍ਰਿਸ਼ਟਾਂਤ ਦਿੱਤਾ ਹੈ ਮਹਾਰਾਜ ਜੀ ਨੇ ਕਿ ਇਸੇ ਪ੍ਰਕਾਰ ਦਾ ਦ੍ਰਿਸ਼ਟਾਂਤ ਜੋਗੀਆਂ ਨੂੰ ਦਿੱਤਾ, ਕਿਹਾ ਕਿ ਇਹ ਜੋਗੀਓ, ਜੋ ਤੁਸੀਂ ਬੁੱਧ ਰੂਪੀ ਧਰਤੀ ਨੂੰ ਰਾਗ ਆਦ ਅਲਾਪਨ ਰੂਪ ਸਿੰਚਨ ਕਰਦੇ ਹੋ, ਇਸ ਦਾ ਕੀ ਲਾਭ ਹੈ। ਜੋ ਤੁਹਾਡਾ ਮਨ ਰੂਪੀ ਬਲਦ ਹੀ ਵਾਸਨਾ ਵਿੱਚ ਉੱਠ ਕੇ ਕਰਨਾ, ਮੁੱਦਤਾ, ਮੈਤਰੀ, ਅਪੇਖਿਆ ਰੂਪੀ ਬੇਲਾਂ ਨੂੰ ਚਰ ਜਾਵੇ। ਖੂਹ ਜੋੜ ਕੇ ਜ਼ਮੀਨ ਸਿੰਚਣ ਦਾ ਕੀ ਲਾਭ ਹੈ, ਜਦ ਬਲਦ ਹੀ ਉੱਠ ਕੇ ਜੰਗਲ ਵਿੱਚ ਘਾਹ ਚਰਨ ਲਈ ਚਲੇ ਜਾਣ। ਇਸੇ ਪ੍ਰਕਾਰ ਬੁੱਧ ਰੂਪੀ ਧਰਤੀ ਨੂੰ ਸੁਰ, ਰਾਗ ਆਦਿਕ ਅਲਾਪਨ ਜਾਂ ਸਮਾਧੀ ਲਾਉਣ ਰੂਪ ਸਿੰਚਣ ਦਾ ਕੀ ਫਾਇਦਾ ਹੈ, ਜਦ ਮਨ ਰੂਪੀ ਬਲਦ ਹੀ ਸੰਸਾਰ ਰੂਪੀ ਬੇਲੇ ਭਾਵ ਜੰਗਲ ਵਿੱਚ ਇਸਤਰੀ ਰੂਪ ਬੇਲਾਂ ਦੀ ਚਿਤਵਨੀ ਵਿੱਚ ਵਿਸ਼ੇ ਰੂਪ ਘਾਹ ਚਰਨ ਗਿਆ ਹੋਵੇ। ਕਾਇਆ ਨਗਰ ਮੈਂ ਕਰਮ ਹਰ ਬੋਵਹੁ, ਹਰ ਜਾਮੈ ਹਰਿਆ ਖੇਤ। ਕਾਇਆ ਨਗਰ ਮੈਂ ਕਰਮ ਹਰ ਬੋਵੋ। ਕਾਇਆ ਕਿਹਾ ਸਰੀਰ ਨੂੰ, ਕਹਿਣ ਲੱਗੇ ਹੇ ਜੋਗੀਓ, ਇਸ ਕਾਇਆ ਨੂੰ, ਇਸ ਸਰੀਰ ਰੂਪੀ ਨਗਰ ਜਿੱਥੇ ਬ੍ਰਿਸ਼ ਬੂਟੇ ਲੱਗੇ ਹੋਣ, ਭਾਵ ਖੇਤ ਵਿੱਚ ਹਰੀ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਕਰਮਾਂ ਦਾ ਬੀਜ ਬੀਜਣਾ ਕਰੋ। ਕਾਇਆ ਨਗਰ ਮੈਂ ਕਰਮ ਹਰ ਬੋਵੋ, ਕਿ ਹੇ ਜੋਗੀਓ, ਸਰੀਰ ਰੂਪੀ ਨਗਰ ਜਿੱਥੇ ਬ੍ਰਿਸ਼ ਬੂਟੇ ਲੱਗੇ ਹੋਣ, ਭਾਵ ਖੇਤ ਵਿੱਚ ਹਰੀ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਕਰਮਾਂ ਦਾ ਬੀਜ ਬੀਜਣਾ ਕਰੋ। ਹਰੀ ਨਾਮ ਦਾ ਸ਼ਰਾਵਣ ਕਰ ਰੂਪੀ ਬੀਜ ਬੀਜਣਾ ਕਰੋ। ਫਿਰ ਜੋ ਮੰਨਣ ਹੋਣਾ ਹੈ, ਇਹ ਹਰ ਜਾਮੈ ਹਰਿਆ ਖੇਤ, ਇਹ ਜਾਮੈ ਜੰਮੇਗਾ, ਭਾਵ ਉੱਗ ਪਵੇਗਾ, ਤੇ ਨਿਧਿਆਸਣ ਹੋਣ ਰੂਪੀ ਖੇਤ ਹਰਾ ਭਰਾ ਹੋ ਜਾਵੇਗਾ। ਮਨੁਆ ਅਸਤਰ ਬੇਲ ਮਨ ਜੋਬਹੁ, ਹਰ ਸਿੰਚੋ ਗੁਰਮਤ ਜੇਤ। ਹੇ ਜੋਗੀਓ, ਆਪਣਾ ਮਨੁਆ ਮਨ ਨੂੰ ਪ੍ਰਭੂ ਨਾਮ ਵਿੱਚ, ਕਿ ਆਪਣੇ ਮਨ ਨੂੰ ਪ੍ਰਭੂ ਦੇ ਨਾਮ ਵਿੱਚ ਇਸਤਤ ਕਰੋ, ਟਿਕਾਉਣਾ ਕਰੋ। ਇਸ ਚਿੱਤ ਰੂਪੀ ਬੈਲ ਬਲਦ ਨੂੰ ਜੋੜਨਾ ਕਰੋ। ਫਿਰ ਪਰਮੇਸ਼ਰ ਦੇ ਨਾਮ ਨੂੰ ਗੁਰਮਤ, ਗੁਰਾਂ ਦੀ ਸਿੱਖਿਆ ਦੁਆਰਾ ਅਭਿਆਸ ਕਰ ਰੂਪੀ ਸਿੰਚਣਾ ਕਰੋ, ਤਾਂ ਤੁਸੀਂ ਮਨੁੱਖਾ ਜਨਮ ਦੇ ਤਾਈਂ ਜੇਤ ਜਿੱਤ ਜਾਓਗੇ। ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ, ਜੋ ਦੇਹੋ ਮਤੀ ਤਿਤ ਚੇਲ। ਮਹਾਰਾਜ ਜੀ ਕਹਿਣ ਲੱਗੇ, ਹੇ ਪਰਮੇਸ਼ਰ, ਜੋ ਜੋਗੀ ਜੋਗ ਭੇਖ ਧਾਰਨ ਵਾਲੇ ਜੰਗਮ, ਤੁਰਨ ਫਿਰਨ ਵਾਲੇ, ਸਿਵ ਮਤ ਵਾਲੇ ਆਦਿਕ ਭੇਖ ਹਨ, ਇਹ ਸਾਰੀ ਤੁਹਾਡੀ ਹੀ ਸ੍ਰਿਸ਼ਟੀ ਹੈ। ਜਿਹੜੀ ਸਿੱਖਿਆ ਬੁੱਧੀ ਤੁਸੀਂ ਦੇਣਾ ਕਰਦੇ ਹੋ, ਉਧਰ ਹੀ ਸਭਨਾਂ ਦਾ ਚੇਲ ਚੱਲਣਾ ਹੁੰਦਾ ਹੈ। ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ, ਜੋ ਦੇਹੋ ਮਤੀ ਤਿਤ ਚੇਲ। ਹੇ ਪਰਮੇਸ਼ਰ, ਜੋ ਜੋਗੀ ਭੇਖ ਧਾਰਨ ਵਾਲੇ, ਜੰਗਮ ਤੁਰਨ ਫਿਰਨ ਵਾਲੇ, ਸਿਵ ਮਤ ਵਾਲੇ ਆਦਿਕ ਭੇਖ ਹਨ, ਇਹ ਸਾਰੀ ਤੁਹਾਡੀ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ। ਜੋ ਦੇਹੋ ਮਤੀ ਤਿਤ ਤੇਲ, ਜੋ ਮਤੀ ਮਤ ਸਿੱਖਿਆ ਬੁੱਧੀ ਤੁਸੀਂ ਦੇਣਾ ਕਰਦੇ ਹੋ, ਉਧਰ ਹੀ ਸਭਨਾਂ ਦਾ ਚੱਲਣਾ ਹੁੰਦਾ ਹੈ।
ਜਨ ਨਾਨਕ ਕੇ ਪ੍ਰਭ ਅੰਤਰਜਾਮੀ ਹਰ ਲਾਭੋ ਮਨੁਆ ਪੇਲ। ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਸਾਡੇ ਦਾਸਾਂ ਦੇ ਪ੍ਰਭੂ ਮਾਲਕ ਅਤੇ ਸਭਨਾਂ ਦੇ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ ਪਰਮੇਸ਼ਰ, ਤੁਸੀਂ ਸਾਡੇ ਇਹਨਾਂ ਜੋਗੀਆਂ ਦੇ ਮਨੁਆ ਮਨ ਨੂੰ ਪੇਲ ਪ੍ਰੇਰ ਕੇ ਆਪਣੇ ਹਰੀ ਨਾਮ ਵਿੱਚ ਲਾਉਣਾ ਕਰੋ। ਮਹਾਰਾਜ ਜੀ ਨੇ ਜੋਗੀਆਂ ਨੂੰ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਨ ਨਾਨਕ ਕੇ ਪ੍ਰਭ ਅੰਤਰਜਾਮੀ ਹਰ ਲਾਭੋ ਮਨੁਆ ਪੇਲ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਸਾਡੇ ਦਾਸਾਂ ਦੇ ਪ੍ਰਭੂ ਮਾਲਕ ਪਰਮੇਸ਼ਰ ਅਤੇ ਸਭਨਾਂ ਦੇ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ ਪਰਮੇਸ਼ਰ, ਤੁਸੀਂ ਸਾਡੇ ਇਹਨਾਂ ਜੋਗੀਆਂ ਦੇ ਮਨ ਨੂੰ ਪੇਲ ਕੇ ਪ੍ਰੇਰ ਕੇ ਆਪਣੇ ਹਰੀ ਨਾਮ ਵਿੱਚ ਲਾਉਣਾ ਕਰੋ। ਮਹਾਰਾਜ ਜੀ ਨੇ, ਗੁਰੂ ਰਾਮਦਾਸ ਜੀ ਨੇ ਜੋਗੀਆਂ ਨੂੰ ਨਾਮ ਦੇ ਨਾਲ ਜੋੜਨ ਵਾਸਤੇ ਉਪਦੇਸ਼ ਦੇਣਾ ਕੀਤਾ ਹੈ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ।